ਹੈਲੋ एवरीवन। ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਟੌਪਿਕ ਪ੍ਰੋਵਾਈਡ ਕਰਵਾ ਰਹੀ ਹਾਂ ਜੀ, ਕੰਪਲੀਟ ਨੋਟਸ ਪ੍ਰੋਵਾਈਡ ਕਰਵਾ ਰਹੀ ਹਾਂ ਵਿਦ ਡਿਟੇਲ ਮੈਂ ਤੁਹਾਨੂੰ ਸਮਝਾਵਾਂਗੀ। ਡਿਟੇਲ ਦੇ ਵਿੱਚ ਜੋ ਪੁਆਇੰਟ ਨੇ ਉਹ ਸਮਝਾਵਾਂਗੀ। ਤੇ ਟੌਪਿਕ ਹੈਗਾ ਜੀ ਆਪਣਾ ਲੈਕਚਰ ਮੈਥਡ। ਇਹ ਜਿਹੜਾ ਟੌਪਿਕ ਹੈ ਨਾ ਜੀ, ਇਹ ਹੈਗਾ ਜੀ ਤੁਹਾਡਾ ਜੋ ਸਬਜੈਕਟ ਹੈ ਨਾ ਜੀ, ਪੈਡਾਗੋਜੀ ਆਫ ਸੋਸ਼ਲ ਸਟੱਡੀ। ਸੋ ਸੋਸ਼ਲ ਸਟੱਡੀਜ਼ ਦਾ ਇਹ ਜਿਹੜਾ ਟੌਪਿਕ ਹੈ ਜੀ, ਸੋਸ਼ਲ ਸਟੱਡੀਜ਼। ਵੈਸੇ ਤਾਂ ਸਾਰੇ ਜਿਹੜੇ ਟੌਪਿਕ ਆਪਣੇ ਕੰਪਲੀਟ ਸੀਗੇ ਜੀ ਪੈਡਾਗੋਜੀ ਆਫ ਸੋਸ਼ਲ ਸਟੱਡੀ ਦੇ। ਉਹਦੇ ਵਿੱਚ ਜਿਹੜਾ ਮੈਂ ਲੈਕਚਰ ਮੈਥਡ ਕਰਵਾਇਆ ਸੀ ਨਾ, ਉਹ ਮੈਂ ਕਰਵਾਇਆ ਸੀ ਤੁਹਾਨੂੰ ਐਕਸਪਲੇਨੇਸ਼ਨ ਮੈਥਡ ਦੇ ਨਾਲ, ਹੈ ਨਾ, ਉਹਦੀਆਂ ਸਿਮਿਲੈਰਿਟੀਜ਼ ਦੇ ਨਾਲ, ਹੈ ਨਾ। ਇਹ ਦੋਨੋਂ ਲੈਕਚਰ ਮੈਥਡ ਤੇ ਐਕਸਪਲੇਨੇਸ਼ਨ ਜਿਹੜਾ ਮੈਥਡ ਹੈ ਨਾ, ਇਹ ਸੇਮ ਜੇ ਮੈਥਡ ਹੀ ਹੈ, ਠੀਕ ਹੈ। ਐਕਸਪਲੇਨੇਸ਼ਨ ਦੇ ਵਿੱਚ ਵੀ, ਵਿਆਖਿਆ ਦੇ ਭਾਸ਼ਣ ਵਿਧੀ ਦੇ ਵਿੱਚ ਵੀ ਆਪਾਂ ਬੋਲਦੇ ਹਾਂ, ਸਮਝਾਉਂਦੇ ਹਾਂ, ਹੈ ਨਾ। ਤਾਂ ਇਹ ਇੱਕੋ ਜਿਹੀ ਚੀਜ਼ ਸੀ, ਤਾਂ ਕਰਕੇ ਉਹਦੇ ਵਿੱਚ ਹੀ ਮੈਨੂੰ ਲੱਗਦਾ ਸੀ ਲੈਕਚਰ ਮੈਥਡ ਹੈ ਜਿਹੜਾ ਉਹ ਟੌਪਿਕ ਕਵਰ ਹੋ ਗਿਆ ਤੁਹਾਡਾ, ਠੀਕ ਹੈ। B.Ed ਫਸਟ ਸਮੈਸਟਰ ਦੀ ਆਪਾਂ ਗੱਲ ਕਰ ਰਹੇ ਹਾਂ ਜੀ, 4th ਸਮੈਸਟਰ ਦੇ ਨਹੀਂ ਹਜੇ ਮੈਂ ਪ੍ਰੋਵਾਈਡ ਕਰਵਾ ਰਹੀ। B.Ed ਫਸਟ ਸਮੈਸਟਰ, ਠੀਕ ਹੈ, ਜੋ ਐਗਜ਼ਾਮ ਤੁਹਾਡੇ 10 ਜਨਵਰੀ ਤੋਂ ਸਟਾਰਟ ਹੋਣ ਜਾ ਰਹੇ ਨੇ, ਉਹਨਾਂ ਸਟੂਡੈਂਟਸ ਦੇ ਲਈ ਹੈ ਜੀ ਨੋਟਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ। ਬਾਕੀ ਬਾਏ ਦਾ ਲਿੰਕ ਵੀ ਤੁਹਾਨੂੰ ਦੇ ਦਾਂਗੀ। ਵੈਸੇ ਤਾਂ ਮੈਂ ਅੱਜ ਪ੍ਰੋਵਾਈਡ ਕਰਵਾਉਣਾ ਸੀ, ਪਰ ਲੈਕਚਰ ਮੈਥਡ ਰਹਿਣ ਦੇ ਕਰਕੇ ਬੱਚਿਆਂ ਦੇ ਇੰਨੇ ਕੁ ਜ਼ਿਆਦਾ ਕਮੈਂਟ ਸੀਗੇ, ਸਟੂਡੈਂਟਸ ਦੇ ਇੰਨੇ ਜ਼ਿਆਦਾ ਕਮੈਂਟ ਸੀਗੇ ਕਿ ਸਾਨੂੰ ਲੈਕਚਰ ਮੈਥਡ 'ਤੇ ਸਾਨੂੰ ਨੋਟਸ ਪ੍ਰੋਵਾਈਡ ਕਰਵਾਓ, ਠੀਕ ਹੈ। ਤਾਂ ਫਿਰ ਮੈਂ ਤਾਂ ਕਰਕੇ ਤੁਹਾਨੂੰ ਬਾਏ ਦਾ ਜਿਹੜਾ ਲਿੰਕ ਆ ਉਹ ਨਹੀਂ ਦਿੱਤਾ, ਕਿਉਂਕਿ ਇਹ ਟੌਪਿਕ ਤੋਂ ਬਿਨਾਂ ਮੈਂ ਤੁਹਾਨੂੰ ਕਿਵੇਂ ਪ੍ਰੋਵਾਈਡ ਕਰਵਾਵਾਂ ਸਾਰੇ ਨੋਟਸ। ਸੋ ਇਸ ਟੌਪਿਕ ਨੂੰ ਆਪਾਂ ਅੱਜ ਕਵਰ ਕਰ ਲੈਂਦੇ ਹਾਂ, ਅਤੇ ਫਿਰ ਮੈਂ ਕੱਲ੍ਹ ਸ਼ਾਮ ਤੱਕ ਤੁਹਾਨੂੰ ਜਿਹੜਾ ਟੌਪਿਕ ਹੈ ਪੂਰਾ ਲਿੰਕ ਦੇ ਦੂੰਗੀ। ਅਲੱਗ-ਅਲੱਗ ਵੀ ਦੇ ਦਾਂਗੇ ਤੁਹਾਨੂੰ, ਟੌਪਿਕ ਵਾਈਜ਼ ਵੀ ਮੈਂ ਦਊਂਗੀ, ਬਟ ਟਾਈਮ ਥੋੜ੍ਹਾ ਹੈ ਮੈਨੂੰ। ਇੱਕ ਵਾਰੀ ਸਾਰੇ ਮੈਂ ਕੰਪਲੀਟ ਦੇ ਦਾਂ ਤੁਹਾਨੂੰ, ਉਸ ਤੋਂ ਬਾਅਦ ਅਲੱਗ-ਅਲੱਗ ਟੌਪਿਕ ਆਪਾਂ ਦੇਖ ਲਾਂਗੇ, ਹੈ ਨਾ। ਸੋ ਇਹਨੂੰ ਆਪਾਂ ਡਿਟੇਲ ਦੇ ਵਿੱਚ ਕਰਦੇ ਹਾਂ ਜੀ, ਲੈਕਚਰ ਮੈਥਡ ਨੂੰ। ਵੈਸੇ ਇਹ ਕਵਰ ਹੈ ਟੌਪਿਕ, ਬਟ ਆਪਾਂ ਕਰ ਲੈਂਦੇ ਹਾਂ ਫਿਰ ਵੀ, ਠੀਕ ਹੈ। ਇੰਟਰੋਡਕਸ਼ਨ ਤੋਂ ਸਟਾਰਟ ਕਰਦੇ ਹਾਂ ਜੀ। ਜਾਣ ਪਛਾਣ, ਵਿਆਖਿਆਨ ਜਾਂ ਭਾਸ਼ਣ ਵਿਧੀ ਇਹ ਅਧਿਆਪਨ ਦੀ ਸਭ ਤੋਂ ਪੁਰਾਣੀ ਵਿਧੀ ਹੈ। ਸਭ ਤੋਂ ਪੁਰਾਣੀ ਵਿਧੀ ਹੈ, ਕਿਉਂਕਿ ਇਹਦੇ ਜ਼ਰੀਏ ਹੀ ਜਿਹੜਾ ਬੱਚੇ ਨੂੰ, ਵਿਦਿਆਰਥੀ ਨੂੰ ਜਿਹੜਾ ਪੜ੍ਹਾਇਆ ਜਾਂਦਾ ਸੀ, ਜਿਸ ਨੂੰ ਅੰਗਰੇਜ਼ੀ ਵਿੱਚ ਲੈਕਚਰ ਵਿਧੀ, ਲੈਕਚਰ ਮੈਥਡ ਕਿਹਾ ਜਾਂਦਾ ਹੈ। ਅੱਜ ਵੀ ਇਸ ਵਿਧੀ ਦਾ ਪ੍ਰਯੋਗ ਸਾਡੇ ਸਕੂਲਾਂ ਵਿੱਚ ਕੀਤਾ ਜਾਂਦਾ ਹੈ। ਇਹ ਵਿਧੀ ਸਿੱਖਿਆ ਦੇ ਖੇਤਰ ਦੇ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਹੁਣ ਮੈਂ ਤੁਹਾਨੂੰ ਪੜ੍ਹਾ ਰਹੀ ਹਾਂ, ਮੈਂ ਕਿਹਦੇ ਰਾਹੀਂ ਪੜ੍ਹਾ ਰਹੀ ਹਾਂ? ਭਾਸ਼ਣ ਵਿਧੀ ਰਾਹੀਂ ਪੜ੍ਹਾ ਰਹੀ ਹਾਂ ਨਾ, ਬੋਲ ਰਹੀ ਹਾਂ, ਆਪਣੇ ਵਿਚਾਰ ਤੁਹਾਨੂੰ ਜਿਹੜੇ ਆ ਦੱਸ ਰਹੀ ਹਾਂ, ਹੈ ਨਾ, ਤੁਸੀਂ ਸੁਣ ਰਹੇ ਹੋ। ਤਾਂ ਇਹ ਵੀ ਇੱਕ ਲੈਕਚਰ ਮੈਥਡ ਹੀ ਹੋ ਗਿਆ, ਹੈ ਨਾ, ਕਿ ਇੱਕ ਕਲਾਸ ਦੇ ਵਿੱਚ ਟੀਚਰ ਜਾਂਦਾ ਹੈ, ਬੱਚੇ ਬੈਠੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ, ਤਾਂ ਟੀਚਰ ਪੜ੍ਹਾ ਰਿਹਾ ਵਾ, ਤਾਂ ਉਹ ਕੀ ਹੈ? ਲੈਕਚਰ ਮੈਥਡ ਹੈ, ਠੀਕ ਹੈ। ਐਕਸਪਲੇਨੇਸ਼ਨ ਮੈਥਡ ਵੀ ਇਹਦੇ ਨਾਲ ਹੀ ਸੰਬੰਧਿਤ ਹੈ ਸਾਰਾ। ਇਸੇ ਕਰਕੇ ਮੈਂ ਟੌਪਿਕ ਅਲੱਗ ਤੋਂ ਨਹੀਂ ਸੀ ਤੁਹਾਨੂੰ ਪ੍ਰੋਵਾਈਡ ਕਰਵਾਇਆ, ਬਟ ਤੁਹਾਡੇ ਕਮੈਂਟ ਇੰਨੇ ਕੁ ਜ਼ਿਆਦਾ ਆਏ ਕਿ ਮੈਂ ਮਜਬੂਰ ਹੋ ਗਈ ਤੁਹਾਨੂੰ ਜਿਹੜਾ ਪ੍ਰੋਵਾਈਡ ਕਰਵਾਉਣ ਦੇ ਲਈ। ਅਤੇ ਇਹਦੇ ਤੋਂ ਬਿਨਾਂ ਜਿਹੜਾ ਮੈਂ ਤੁਹਾਡੇ ਨੋਟਸ ਤੁਹਾਨੂੰ ਕੰਪਲੀਟ ਨਹੀਂ ਪ੍ਰੋਵਾਈਡ ਕਰਵਾ ਸਕਦੀ ਸੀਗੀ। ਸੋ ਇਸ ਕਰਕੇ ਅੱਜ ਮੈਂ ਇਹ ਟੌਪਿਕ ਪਹਿਲਾਂ ਕਵਰ ਕੀਤਾ, ਅਤੇ ਫਿਰ ਤੁਹਾਨੂੰ ਪੂਰੇ ਬਾਏ ਕਰਨ ਦਾ ਮੈਂ ਲਿੰਕ ਦਊਂਗੀ, ਠੀਕ ਹੈ। ਹਾਂਜੀ, ਸਿੱਖਿਆ ਦੇ ਖੇਤਰ ਵਿੱਚ ਆਪਣੀ ਮਹੱਤਵਪੂਰਨ ਭੂਮਿਕਾ ਜਿਹੜੀ ਇਹ ਨਿਭਾਉਂਦੀ ਹੈ, ਠੀਕ ਹੈ। ਇਹ ਵਾਲਾ ਜਿਹੜਾ ਭਾਸ਼ਣ ਵਿਧੀ ਹੈ ਨਾ, ਇਹ ਨਿਭਾ ਰਹੀ ਹੈ ਮਹੱਤਵਪੂਰਨ ਭੂਮਿਕਾ। ਸਿੱਖਿਆ ਪ੍ਰਦਾਨ ਕਰਨ ਜਾਂ ਕਰਵਾਉਣ ਵਿੱਚ ਇਸ ਦੀ ਅਹਿਮ ਭੂਮਿਕਾ, ਬਹੁਤ ਹੀ ਜ਼ਿਆਦਾ ਭੂਮਿਕਾ ਹੈ ਜੀ ਭਾਸ਼ਣ ਵਿਧੀ ਦੀ, ਲੈਕਚਰ ਮੈਥਡ ਦੀ, ਠੀਕ ਹੈ। ਇਹਨੂੰ ਭਾਸ਼ਣ ਵਿਧੀ ਆ ਜੇ, ਲੈਕਚਰ ਮੈਥਡ ਆ ਜੇ, ਐਕਸਪਲੇਨੇਸ਼ਨ ਆ ਜੇ, ਤਾਂ ਇਹ ਸੇਮ ਜਿਹਾ ਹੀ ਬਣੂਗਾ ਸਾਰਾ। ਸੋ ਐਕਸਪਲੇਨੇਸ਼ਨ ਦੇ ਕਿਹੜੀ ਨਾ, ਇਹਨਾਂ ਨੇ ਲਾਸਟ ਟਾਈਮ ਜਿਹੜਾ ਪੁੱਛਿਆ ਸੀ ਨਾ, ਲੈਕਚਰ ਮੈਥਡ ਅਤੇ ਐਕਸਪਲੇਨੇਸ਼ਨ ਮੈਥਡ ਦੇ ਵਿੱਚ ਸਿਮਿਲੈਰਿਟੀਜ਼ ਪੁੱਛ ਲਈਆਂ ਸੀ। ਕਿਉਂ ਪੁੱਛ ਲਿਆ ਸੀ ਇੱਦਾਂ ਕੁਐਸਚਨ? A ਅਤੇ C ਦੇ ਵਿੱਚੋਂ ਤੁਹਾਡਾ ਜੋ ਯੂਨਿਟ 2 ਹੈ ਨਾ, ਉਹਦਾ A ਪਾਰਟ ਆਪਾਂ ਕਰ ਰਹੇ ਹਾਂ ਲੈਕਚਰ ਮੈਥਡ। ਕੀ ਕੀਤਾ ਇਹਨਾਂ ਨੇ? A ਅਤੇ C ਦੇ ਵਿੱਚੋਂ ਜਿਹੜਾ ਐਕਸਪਲੇਨੇਸ਼ਨ ਹੈ ਨਾ, ਉਹ ਅਤੇ ਲੈਕਚਰ ਮੈਥਡ ਇਕੱਠੇ ਦੋਨੋਂ ਇਹਨਾਂ ਨੇ ਪੁੱਛੇ ਸੀਗੇ ਐਗਜ਼ਾਮ ਦੇ ਵਿੱਚ। ਉਹਦਾ ਕਾਰਨ ਇਹ ਸੀ ਕਿਉਂਕਿ ਉਹ ਦੋਨੋਂ ਸੇਮ ਸੀਗੇ, ਠੀਕ ਹੈ। ਸੋ ਅਹਿਮ ਭੂਮਿਕਾ ਹੈ। ਸਮਾਜਿਕ ਅਧਿਐਨ ਪੜ੍ਹਾਉਣ ਵਿੱਚ ਬਹੁਤ ਸਾਰੇ ਤਰੀਕੇ ਹਨ। ਸੋ ਸਮਾਜਿਕ ਅਧਿਐਨ ਜੇਕਰ ਸਬਜੈਕਟ ਪੜ੍ਹਾਉਣਾ ਤਾਂ ਹੁੰਦੇ ਬਹੁਤ ਜ਼ਿਆਦਾ ਤਰੀਕੇ ਨੇ। ਭਾਸ਼ਣ ਵਿਧੀ ਵੀ ਇਹਨਾਂ ਦੇ ਵਿੱਚੋਂ ਇੱਕ ਵਿਧੀ ਹੈ। ਸੋ ਲੈਕਚਰ ਮੈਥਡ ਹੈ, ਭਾਸ਼ਣ ਵਿਧੀ ਇਹ ਵੀ ਇੱਕ ਵਿਧੀ ਹੈ। ਇਹਦੇ ਵਿੱਚੋਂ ਭਾਸ਼ਣ ਵਿਧੀ ਇੱਕ ਪ੍ਰਭੁਤਵਵਾਦੀ ਨੀਤੀ ਹੈ, ਜਿਸ ਦਾ ਪ੍ਰਯੋਗ ਗਿਆਨਾਤਮਕ ਅਤੇ ਭਾਵਨਾਤਮਕ ਉਦੇਸ਼ਾਂ ਦੀ ਪ੍ਰਾਪਤੀ ਦੇ ਲਈ ਜਿਹੜਾ ਕੀਤਾ ਜਾਂਦਾ ਹੈ। ਸੋ ਇਹਦੇ ਨਾਲ ਵੀ ਜਿਹੜਾ ਸਿੱਖਿਆ ਹੈ ਉਹ ਵਿਦਿਆਰਥੀ ਨੂੰ ਜਿਹੜੀ ਪ੍ਰੋਵਾਈਡ ਹੈ ਉਹ ਕਰਵਾਈ ਜਾਂਦੀ ਹੈ। ਸੋ ਇਹ ਗਿਆਨਾਤਮਕ ਅਤੇ ਭਾਵਨਾਤਮਕ ਉਦੇਸ਼ਾਂ ਦੀ ਪ੍ਰਾਪਤੀ ਦੇ ਲਈ ਇਹਦਾ ਜਿਹੜਾ ਪ੍ਰਯੋਗ ਹੈ ਉਹ ਕੀਤਾ ਜਾਂਦਾ ਹੈ। ਸੋ ਇਹ ਸੀਗੀ ਜੀ ਇੰਟਰੋਡਕਸ਼ਨ। ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਜਿਹੜਾ ਤੁਸੀਂ
ਲਾਈਕ ਜ਼ਰੂਰ ਕਰ ਦਿਓ, ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸ ਦਿਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ। ਕੋਈ ਸੁਜੈਕਸ਼ਨ ਹੋਵੇ ਤਾਂ ਉਹ ਵੀ ਮੈਨੂੰ ਦੱਸ ਦੇਣਾ। ਤੇ ਸਬਸਕ੍ਰਾਈਬ ਕਰ ਦਿਓ ਜੀ ਚੈਨਲ ਨੂੰ, ਤੇ ਨਾਲ ਦੀ ਨਾਲ ਜਿਹੜਾ ਬੈਲ ਆਈਕਨ ਦਾ ਆਪਣਾ ਬਟਨ ਬਣਿਆ ਹੋਇਆ ਜੀ ਉਹਨੂੰ ਜ਼ਰੂਰ ਜਿਹੜਾ ਪ੍ਰੈਸ ਕਰ ਦਿਓ, ਤੇ ਸ਼ੇਅਰ ਕਰ ਦਿਓ, ਤੇ WhatsApp ਗਰੁੱਪ ਦੇ ਵਿੱਚ ਜ਼ਰੂਰ ਸ਼ੇਅਰ ਕਰ ਦੇਣਾ ਜੀ। ਤੇ ਪਲੇਲਿਸਟ ਆਪਣੀਆਂ ਬਣੀਆਂ ਹੋਈਆਂ, ਪਲੇਲਿਸਟ ਜਿਹੜੀਆਂ ਮੈਂ ਸੌਰਟ ਕਰ ਦਿੱਤੀਆਂ ਨੇ, ਉਹਦੇ ਵਿੱਚ ਜਿਹੜੇ ਹੁਣ ਤੁਹਾਨੂੰ ਟੌਪਿਕ ਵਾਈਜ਼ ਜਿਹੜੇ ਮਿਲ ਜਾਂਦੀਆਂ ਵੀਡੀਓਜ਼। ਸੋ ਸਾਰੀਆਂ ਤੁਸੀਂ ਦੇਖ ਲਓ। ਸੋ ਇਹ ਵੀ ਵੀਡੀਓ ਮੈਂ ਐਡ ਕਰ ਦਿੰਦੀ ਹਾਂ ਜੀ। ਨੈਕਸਟ ਆ ਗਿਆ ਜੀ, ਇਹੀ ਤੁਹਾਨੂੰ ਜਿਹੜੇ ਨੋਟਸ ਮੈਂ ਕਰਵਾ ਰਹੀ ਹਾਂ ਨਾ, ਇਹੀ ਤੁਹਾਨੂੰ ਬਾਏ ਕਰਨ ਦੇ ਲਿੰਕ ਦੇ ਵਿੱਚ ਮਿਲਣਗੇ। ਸੋ ਜਿਹੜੇ ਬੱਚੇ ਨਹੀਂ ਬਾਏ ਕਰ ਸਕਦੇ ਦੇਖ ਲਓ, ਇੱਥੋਂ YouTube ਤੋਂ ਪੜ੍ਹ ਲਓ। ਜਿਹੜੇ ਨਹੀਂ ਨੋਟ ਕਰ ਸਕਦੇ, ਜਿਹੜੇ ਨਹੀਂ ਨੋਟ ਕਰ ਸਕਦੇ ਉਹ ਬਾਏ ਕਰ ਲਓ, ਬਾਕੀ ਇੱਥੋਂ ਪੜ੍ਹ ਲਓ। ਮੀਨਿੰਗ ਆਫ ਲੈਕਚਰ ਮੈਥਡ। ਸੋ ਭਾਸ਼ਣ ਵਿਧੀ ਦਾ ਅਰਥ ਕੀ ਹੈ? ਸੋ ਲੈਕਚਰ ਵਿਧੀ ਜਾਂ ਭਾਸ਼ਣ ਵਿਧੀ ਇੱਕ ਅਜਿਹੀ ਸਿੱਖਿਆ ਵਿਧੀ ਹੈ ਜਿੱਥੇ ਅਧਿਆਪਕ ਪ੍ਰਾਇਮਰੀ ਗਿਆਨ ਸਰੋਤ ਵਜੋਂ ਕੰਮ ਕਰਦਾ। ਸੋ ਅਧਿਆਪਕ ਹੈ ਜੀ ਜਿਹੜਾ ਉਹ ਪ੍ਰਾਇਮਰੀ ਗਿਆਨ ਸਰੋਤ ਵਜੋਂ ਜਿਹੜਾ ਕੰਮ ਹੈ ਉਹ ਕਰਦਾ ਹੈ। ਇਸ ਵਿਧੀ ਦਾ ਪ੍ਰਯੋਗ ਜਿਹੜਾ ਵੱਡੀਆਂ ਜਮਾਤਾਂ ਨੂੰ ਸਮਾਜਿਕ ਅਧਿਐਨ ਪੜ੍ਹਾਉਣ ਦੇ ਲਈ ਕੀਤਾ ਜਾਂਦਾ ਹੈ। ਜੇਕਰ ਲੈਕਚਰ ਮੈਥਡ ਜਿਹੜਾ ਕਿਸੇ ਹੋਰ ਸਬਜੈਕਟ ਦੇ ਵਿੱਚ ਵੀ ਹੈਗਾ ਨਾ, ਤਾਂ ਉੱਥੇ ਸਮਾਜਿਕ ਅਧਿਐਨ ਦੀ ਬਜਾਏ ਉੱਥੇ ਕੋਈ ਉਹ ਸਬਜੈਕਟ ਲਿਖ ਦਿਓ ਜਿਹਦੇ ਵਿੱਚ ਇਹ ਟੌਪਿਕ ਹੈ। ਠੀਕ ਹੈ, ਜ਼ਰੂਰੀ ਨਹੀਂ ਇਹ ਹੁੰਦਾ ਵੀ ਇਹ ਲੈਕਚਰ ਮੈਥਡ ਹੈ ਅਤੇ ਸੋਸ਼ਲ ਸਟੱਡੀ ਦੇ ਲਈ ਹੈ। ਹੋ ਸਕਦਾ ਹੈ ਹਿਸਟਰੀ ਦੇ ਵਿੱਚ ਹੋਵੇ, ਹੋ ਸਕਦਾ ਇਕਨੋਮਿਕਸ ਦੇ ਵਿੱਚ ਸਬਜੈਕਟ ਦੇ ਵਿੱਚ ਹੋਵੇ, ਕਿਸੇ ਦੇ ਵਿੱਚ ਵੀ ਹੋ ਸਕਦਾ ਹੈ ਨਾ। ਤਾਂ ਉਹਨਾਂ ਸਟੂਡੈਂਟਸ ਦੇ ਲਈ ਵੀ ਹੈਲਪਫੁਲ ਹੈ ਜੀ ਇਹ ਵਿਧੀ। ਸੋ ਸਮਾਜਿਕ ਅਧਿਐਨ ਪੜ੍ਹਾਉਣ ਦੇ ਲਈ ਇਹਦਾ ਜਿਹੜਾ ਕੀਤਾ ਜਾਂਦਾ ਹੈ। ਭਾਸ਼ਣ ਵਿਧੀ ਅਧਿਆਪਕ ਕੇਂਦਰਿਤ ਵਿਧੀ ਹੈ। ਠੀਕ ਹੈ, ਕਿਉਂਕਿ ਅਧਿਆਪਕ ਜਿਹੜਾ ਉਹ ਬੱਚਿਆਂ ਨੂੰ ਜਿਹੜੀ ਨੌਲੇਜ ਪ੍ਰਦਾਨ ਕਰਦਾ ਹੈ। ਇਹ ਅਧਿਆਪਨ ਵਿਧੀ ਵਿੱਚ ਗਿਆਨ ਦਾ ਸੰਚਾਰ ਅਧਿਆਪਕ ਵੱਲੋਂ ਹੁੰਦਾ ਹੈ ਅਤੇ ਵਿਦਿਆਰਥੀ ਭਾਸ਼ਣ ਸੁਣਦੇ ਹਨ ਅਤੇ ਗਿਆਨ ਹਾਸਲ ਕਰਦੇ ਹਨ। ਹੁਣ ਮੈਂ ਤੁਹਾਨੂੰ ਪੜ੍ਹਾ ਰਹੀ ਹਾਂ ਲੈਕਚਰ ਮੈਥਡ ਦੇ ਰਾਹੀਂ, ਤਾਂ ਤੁਸੀਂ ਕੀ ਕਰ ਰਹੇ ਹੋ? ਸੁਣ ਰਹੇ ਹੋ ਨਾ, ਮੈਂ ਤੁਹਾਨੂੰ ਗਿਆਨ ਦੇ ਰਹੀ ਹਾਂ, ਤੁਸੀਂ ਲੈ ਰਹੇ ਹੋ। ਤਾਂ ਇਹ ਕਿਹੜੀ ਵਿਧੀ ਹੈ ਜੀ? ਲੈਕਚਰ ਵਿਧੀ ਹੈ, ਭਾਸ਼ਣ ਵਿਧੀ ਹੈ। ਠੀਕ ਹੈ ਜੀ, ਇਹ ਮੀਨਿੰਗ ਸੀ ਇਹਦਾ। ਅੱਗੇ ਆ ਜਾਓ, ਡੈਫੀਨੇਸ਼ਨਸ ਆਫ ਲੈਕਚਰ ਮੈਥਡ। ਲੈਕਚਰ ਵਿਧੀ ਦੀਆਂ ਪਰਿਭਾਸ਼ਾਵਾਂ ਕੀ ਨੇ? ਇੱਕ ਕੀ ਹੈ ਪਰਿਭਾਸ਼ਾ ਦਿੱਤੀ ਹੋਈ ਹੈ ਜੇਮਸ ਐਮਲੀ ਅਨੁਸਾਰ। ਸੋ ਜੇਮਸ ਐਮਲੀ ਅਨੁਸਾਰ ਕੀ ਹੈ ਜੀ? ਭਾਸ਼ਣ ਵਿਧੀ ਇੱਕ ਅਜਿਹੀ ਅਧਿਆਪਨ ਵਿਧੀ ਹੈ ਜਿੱਥੇ ਅਧਿਆਪਕ ਕਿਸੇ ਉਪ ਵਿਸ਼ੇ ਜਾਂ ਸਮੱਸਿਆ ਬਾਰੇ ਰਸਮੀ ਤੌਰ 'ਤੇ ਯੋਜਨਾਬੰਦ ਤਰੀਕੇ ਨਾਲ ਵਿਦਿਆਰਥੀਆਂ ਨੂੰ ਸੰਬੋਧਨ ਕਰਦਾ ਹੈ। ਸੋ ਭਾਸ਼ਣ ਵਿਧੀ ਕੀ ਹੈ ਜੀ? ਇੱਕ ਅਜਿਹੀ ਅਧਿਆਪਨ ਵਿਧੀ ਹੈ ਜਿੱਥੇ ਅਧਿਆਪਕ ਕਿਸੇ ਉਪ ਵਿਸ਼ੇ ਜਾਂ ਸਮੱਸਿਆ ਬਾਰੇ ਰਸਮੀ ਤੌਰ 'ਤੇ ਯੋਜਨਾਬੰਦ ਤਰੀਕੇ ਨਾਲ ਜਿਹੜਾ ਵਿਦਿਆਰਥੀਆਂ ਨੂੰ ਸੰਬੋਧਨ ਕਰਦਾ ਹੈ। ਸੋ ਕੋਈ ਵੀ ਨੌਲੇਜ ਦੇਣੀ ਹੈ, ਸਮੱਸਿਆ ਜਾਂ ਕੋਈ ਉਪ ਵਿਸ਼ਾ ਹੈ, ਤਾਂ ਇੱਕ ਯੋਜਨਾ ਬਣਾਉਂਦਾ ਪਹਿਲਾਂ ਅਧਿਆਪਕ, ਆਪਣਾ ਜਿਹੜਾ ਲੈਕਚਰ ਹੈ ਉਹਨੂੰ ਪ੍ਰਪੇਅਰ ਕਰਦਾ, ਫਿਰ ਕਲਾਸ ਦੇ ਵਿੱਚ ਜਾ ਕੇ ਜਿਹੜਾ ਭਾਸ਼ਣ ਵਿਧੀ ਦੇ ਰਾਹੀਂ ਪੜ੍ਹਾਉਂਦਾ ਹੈ ਜੀ। ਠੀਕ ਹੈ, ਹੁਣ ਅੱਗੇ ਆ ਜਾਓ ਜੀ, ਭਾਸ਼ਣ ਵਿਧੀ ਦਾ ਉਦੇਸ਼ ਕਿਹੜੇ ਕਿਹੜੇ ਨੇ? ਤਾਂ ਇੱਦਾਂ ਹੈ ਕਿ ਜਿਹੜੀ ਤੁਸੀਂ ਫਲੋ ਚਾਰਟ ਬਣਾ ਸਕਦੇ ਹੋ, ਡਾਇਗਰਾਮ ਵੀ ਐਗਜ਼ਾਮ ਦੇ ਵਿੱਚ ਬਣਾ ਸਕਦੇ ਹੋ। ਆਬਜੈਕਟਿਵ ਉਦੇਸ਼ ਹੈ। ਸੋ ਇਹਦੇ ਉਦੇਸ਼ ਕੀ ਹੈ? ਸਮੇਂ ਦੀ ਬਚਤ ਕਰਾਉਣਾ ਇਹਦਾ ਉਦੇਸ਼ ਹੈ। ਠੀਕ ਹੈ, ਸੈਕਿੰਡ ਸਪਸ਼ਟੀਕਰਨ। ਸੋ ਕਲੈਰੀਫਿਕੇਸ਼ਨ। ਸੋ ਸਪਸ਼ਟੀਕਰਨ, ਕੋਈ ਵੀ ਟੌਪਿਕ ਹੈ, ਸਮੱਸਿਆ, ਤਾਂ ਉਹਦੇ ਬਾਰੇ ਦੇ ਵਿੱਚ ਡਿਟੇਲ ਦੇ ਵਿੱਚ ਜਿਹੜੀ ਨੌਲੇਜ ਦੇਣੀ ਹੈ। ਸਪਸ਼ਟੀਕਰਨ ਕਰ ਦੇਣਾ ਕਿ ਬੱਚੇ ਨੂੰ ਪੂਰੀ ਤਰ੍ਹਾਂ ਦੇ ਨਾਲ ਜਿਹੜੀ ਸਮਝ ਲੱਗ ਜਾਵੇ। ਠੀਕ ਹੈ, ਕਲੈਰਿਟੀ ਕਰ ਦੇਣੀ। ਠੀਕ ਹੈ, ਸਪਸ਼ਟੀਕਰਨ ਕਰਨ ਦੇ ਵਿੱਚ ਲੈਕਚਰ ਮੈਥਡ ਦੀ ਭੂਮਿਕਾ ਹੈ। ਹੁਣ ਕੋਈ ਬੁੱਕ ਦੇ ਵਿੱਚ ਕੁਛ ਲਿਖਿਆ, ਟਫ ਲਿਖਿਆ, ਬੱਚੇ ਨੂੰ ਨਹੀਂ ਸਮਝ ਆ ਰਿਹਾ, ਤਾਂ ਟੀਚਰ ਕੀ ਕਰੇਗਾ? ਭਾਸ਼ਣ ਵਿਧੀ ਰਾਹੀਂ, ਲੈਕਚਰ ਵਿਧੀ ਰਾਹੀਂ ਵਿਦਿਆਰਥੀ ਨੂੰ ਸਮਝਾਵੇਗਾ ਕਲਾਸ ਦੇ ਵਿੱਚ, ਅਤੇ ਉਹਦੇ ਨਾਲ ਉਹਨੂੰ ਜਿਹੜੀ ਬੱਚੇ ਨੂੰ ਜਿਹੜੀ ਆ ਉਸ ਟੌਪਿਕ ਦੇ ਬਾਰੇ ਦੇ ਵਿੱਚ ਜਿਹੜੀ ਕਲੈਰਿਟੀ ਆ ਉਹ ਹੋ ਜਾਵੇਗੀ। ਸੈਕਿੰਡ ਹੈ ਜੀ ਪੁਨਰ ਵਿਚਾਰ, ਰਿਵਿਊ। ਸੋ ਰਿਵਿਊ ਦਿੰਦਾ ਹੈ ਅਧਿਆਪਕ, ਹੈ ਨਾ। ਬੱਚੇ ਨੇ ਪੜ੍ਹਿਆ ਕਿਤੋਂ, ਬਟ ਉਹਦੇ 'ਤੇ ਰਿਵਿਊ ਦਿੰਦਾ, ਬੱਚੇ ਨੂੰ ਹੋਰ ਜਿਹੜੀ ਸਮਝ ਆ ਉਹ ਲੱਗ ਜਾਂਦੀ ਹੈ ਜੀ ਲੈਕਚਰ ਮੈਥਡ ਦੇ ਰਾਹੀਂ। ਸੋ ਨੈਕਸਟ ਹੈ ਜੀ ਵਾਧੂ ਵਿਸ਼ਾ ਵਸਤੂ ਪ੍ਰਦਾਨ ਕਰਨਾ, ਟੂ ਪ੍ਰੋਵਾਈਡ ਐਡੀਸ਼ਨਲ ਮਟੀਰੀਅਲ। ਠੀਕ ਹੈ, ਐਡੀਸ਼ਨਲ ਮਟੀਰੀਅਲ ਕਿਵੇਂ ਆ? ਕਿਤਾਬਾਂ ਦੇ ਵਿੱਚ ਜੇਕਰ ਤੁਸੀਂ ਵੇਖੋ ਕਈ ਵਾਰੀ ਬੁੱਕਸ ਦੇ ਵਿੱਚ ਜ਼ਿਆਦਾ ਜਿਹੜਾ ਟੌਪਿਕ ਹੈ ਉਹੀ ਜਿਹੜਾ ਨਹੀਂ ਹੁੰਦਾ, ਹੈ ਨਾ, ਘੱਟ ਹੁੰਦੇ ਆ ਟੌਪਿਕ, ਮਤਲਬ ਕਿ ਥੋੜ੍ਹਾ ਲਿਖਿਆ ਹੁੰਦਾ ਹੈ, ਤਾਂ ਬੱਚਿਆਂ ਨੂੰ ਉਦੋਂ ਬਹੁਤ ਪਰੇਸ਼ਾਨੀ ਆਉਂਦੀ ਹੈ। ਅਤੇ ਅਧਿਆਪਕ ਕੀ ਕਰਦਾ? ਆਪਣੇ ਲੈਕਚਰ ਮੈਥਡ ਦੇ ਰਾਹੀਂ ਬੋਲ ਕੇ ਉਹਨਾਂ ਨੂੰ ਬਹੁਤ ਸਾਰੀ ਜਿਹੜੀ ਨੌਲੇਜ ਆ ਉਹ ਦੇ ਦਿੰਦਾ, ਅਤੇ ਵਿਦਿਆਰਥੀ ਨੋਟ ਕਰ ਲੈਂਦੇ ਆ, ਹੈ ਨਾ। ਇਹਨਾਂ ਡਿਟੇਲ ਆਪਾਂ ਕਰਦੇ ਹਾਂ ਜੀ ਅੱਗੇ ਸੌਂਪਣੀਆਂ ਦੇਣੀਆਂ, ਟੂ ਗਿਵ ਅਸਾਈਨਮੈਂਟਸ। ਅਸਾਈਨਮੈਂਟ ਦੇਣ ਦੇ ਵਿੱਚ ਵੀ ਇਹ ਮਹੱਤਵਪੂਰਨ ਜਿਹੜੀ ਭੂਮਿਕਾ ਹੈ ਇਹ ਨਿਭਾਉਂਦਾ ਜੀ ਲੈਕਚਰਾਰ ਮੈਥਡ। ਉਹ ਲੈਕਚਰਾਰ ਬੋਲ ਦਿੰਦੀ ਹਾਂ ਮੈਂ, ਲੈਕਚਰ ਮੈਥਡ। ਠੀਕ ਹੈ ਜੀ, ਸੌਂਪਣੀਆਂ ਦੇਣੀਆਂ, ਟੂ ਗਿਵ ਅਸਾਈਨਮੈਂਟਸ। ਠੀਕ ਹੈ, ਅਸਾਈਨਮੈਂਟਸ ਜਦੋਂ ਦਿੱਤੀਆਂ ਜਾਂਦੀਆਂ ਤਾਂ ਲੈਕਚਰ ਮੈਥਡ ਹੈ ਇਹ ਭੂਮਿਕਾ ਆਪਣੀ ਬਹੁਤ ਵੱਡੀ ਨਿਭਾਉਂਦਾ ਜੀ। ਅੱਗੇ ਪੜ੍ਹਦੇ ਇਹਨਾਂ ਸਾਰੇ ਪੁਆਇੰਟਸ ਦੇ ਬਾਰੇ ਦੇ ਵਿੱਚ। ਠੀਕ ਹੈ, ਆ ਜਾਓ
ਫਸਟ ਹੈ ਜੀ ਸਮੱਸਿਆ ਨੂੰ ਹੱਲ ਕਰਨਾ, ਸਪਸ਼ਟੀਕਰਨ ਜਿਹਦੇ ਵਿੱਚ ਆ ਗਿਆ ਕਲੈਰੀਫਿਕੇਸ਼ਨ ਸੀ ਨਾ ਆਪਾਂ ਲਿਖਿਆ, ਹਾਂਜੀ ਇਹ ਕਰਨਾ ਹੈ ਸਮੱਸਿਆ ਨੂੰ ਹੱਲ ਕਰਨਾ। ਸੋ ਇਸ ਵਿਧੀ ਰਾਹੀਂ ਅਧਿਆਪਕ ਆਪਣੇ ਵਿਚਾਰਾਂ ਨੂੰ ਆਸਾਨੀ ਨਾਲ ਵਿਦਿਆਰਥੀਆਂ ਤੱਕ ਜਿਹੜਾ ਪਹੁੰਚਾ ਸਕਦਾ ਹੈ। ਇਸ ਨਾਲ ਸਪਸ਼ਟ ਜਾਣਕਾਰੀ ਵਿਦਿਆਰਥੀਆਂ ਨੂੰ ਮਿਲਦੀ ਹੈ। ਔਖੇ ਵਿਸ਼ੇ ਨੂੰ ਅਧਿਆਪਕ ਸੌਖੇ ਵਿਸ਼ੇ ਦੇ ਨਾਲ ਜਿਹੜਾ ਸਮਝਾਏ ਉਹ ਸਕਦਾ ਹੈ। ਸੋ ਸਮੱਸਿਆਵਾਂ ਨੂੰ ਹੱਲ ਕਰਨਾ, ਸਪਸ਼ਟੀਕਰਨ, ਇਸ ਵਿਧੀ ਰਾਹੀਂ ਅਧਿਆਪਕ ਆਪਣੇ ਵਿਚਾਰਾਂ ਨੂੰ ਆਸਾਨੀ ਨਾਲ ਵਿਦਿਆਰਥੀ ਤੱਕ ਪਹੁੰਚਾ ਸਕਦਾ ਹੈ। ਇਸ ਨਾਲ ਸਪਸ਼ਟ ਜਾਣਕਾਰੀ ਵਿਦਿਆਰਥੀ ਨੂੰ ਮਿਲਦੀ ਹੈ। ਔਖੇ ਵਿਸ਼ੇ ਨੂੰ ਅਧਿਆਪਕ ਸੌਖੇ ਵਿਸ਼ੇ ਨਾਲ ਜਿਹੜਾ ਸਮਝਾ ਉਹ ਸਕਦਾ ਹੈ। ਆ ਜੋ ਨੈਕਸਟ, ਸਮੇਂ ਦੀ ਬਚਤ। ਸੋ ਇਸ ਵਿਧੀ ਨਾਲ ਸਮੇਂ ਦੀ ਬਚਤ ਵੀ ਹੁੰਦੀ ਹੈ, ਕਿਉਂਕਿ ਬਹੁਤ ਵੱਡੇ ਲਿਖੀ ਸਮੱਗਰੀ ਨੂੰ ਭਾਸ਼ਣ ਵਿਧੀ ਰਾਹੀਂ ਆਸਾਨੀ ਨਾਲ ਪੜ੍ਹਾਇਆ ਜਾ ਸਕਦਾ ਹੈ। ਹੁਣ ਇਹਦੇ ਵਿੱਚ ਕੀ ਹੈ ਜੀ, ਸਮੇਂ ਦੀ ਬਚਤ ਕਿਵੇਂ ਆ। ਇੱਕ ਟੌਪਿਕ ਹੈ ਜੀ, ਉਹ ਬਹੁਤ ਜ਼ਿਆਦਾ ਵੱਡਾ ਇਹ ਟੌਪਿਕ ਲਿਖਿਆ ਹੋਇਆ ਰਿਟਨ ਹੈ, ਬਟ ਅਧਿਆਪਕ ਕੀ ਹੁੰਦਾ ਪੂਰਾ ਇੱਕ ਜਿਹੜਾ ਕਨਕਲੂਜਨ ਜਿਹੜਾ ਕੱਢ ਕੇ, ਠੀਕ ਹੈ, ਉਹਦੀ ਪੂਰੀਆਂ ਇੰਪੋਰਟੈਂਟ ਗੱਲਾਂ ਉਹ ਭਾਸ਼ਣ ਵਿਧੀ ਰਾਹੀਂ ਵਿਦਿਆਰਥੀਆਂ ਨੂੰ ਸਮਝਾ ਦਿੰਦਾ। ਅਤੇ ਇਹਦੇ ਨਾਲ ਜਿਹੜੀ ਸਮੇਂ ਦੀ ਬਚਤ ਹੋਵੇਗੀ। ਜੇਕਰ ਵਿਦਿਆਰਥੀ ਖੁਦ ਪੜ੍ਹੇਗਾ ਉਹ ਇੰਨਾ ਵੱਡਾ ਟੌਪਿਕ, ਤਾਂ ਉਹਦੀ ਸਮੇਂ ਦੀ ਬਰਬਾਦੀ ਵੀ ਹੋਵੇਗੀ ਅਤੇ ਉਹਨੂੰ ਸਮਝ ਵੀ ਨਹੀਂ ਜ਼ਿਆਦਾ ਲੱਗੇਗੀ, ਹੈ ਨਾ। ਟੀਚਰ ਜਦੋਂ ਪੜ੍ਹਾਉਂਦਾ ਤਾਂ ਵਿਦਿਆਰਥੀ ਉਸ ਚੀਜ਼ ਨੂੰ ਧਿਆਨ ਦੇ ਨਾਲ ਸੁਣਦੇ ਆ ਅਤੇ ਉਹਨਾਂ ਨੂੰ ਜਿਹੜੀ ਸਮਝ ਆ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਆ ਜਾਂਦੀ ਹੈ। ਸੋ ਇਹਦੇ ਨਾਲ ਜਿਹੜਾ ਥੋੜ੍ਹੇ ਟਾਈਮ ਦੇ ਵਿੱਚ ਵੀ ਜਿਹੜਾ ਇੱਕ ਭਾਸ਼ਣ ਆ ਉਹਨੂੰ ਜਿਹੜਾ ਖਤਮ ਕੀਤਾ ਜਾ ਸਕਦਾ ਉਸ ਟੌਪਿਕ ਨੂੰ ਭਾਸ਼ਣ ਵਿਧੀ ਦੇ ਰਾਹੀਂ। ਸੋ ਸਮੇਂ ਦੀ ਬਚਤ ਹੁੰਦੀ ਹੈ। ਸੋ ਕਲੈਰਿਟੀ ਦੇ ਵਿੱਚ ਆ ਜਾਂਦਾ ਕਿ ਪੂਰੀ ਤਰ੍ਹਾਂ ਦੇ ਨਾਲ ਅਧਿਆਪਕ ਹੈ ਉਹ ਵਿਦਿਆਰਥੀ ਨੂੰ ਸਪਸ਼ਟ ਕਰ ਦਿੰਦਾ ਉਸ ਟੌਪਿਕ ਦੇ ਬਾਰੇ ਵਿੱਚ ਹਰ ਪ੍ਰਕਾਰ ਦੀ ਜਿਹੜੀ ਜਾਣਕਾਰੀ ਦੇ ਦਿੰਦਾ, ਅਤੇ ਕੋਈ ਵੀ ਡਿਫੀਕਲਟ ਜੋ ਟੌਪਿਕ ਹੈ ਉਹਦੇ ਬਾਰੇ ਦੇ ਵਿੱਚ ਵੀ ਜਿਹੜੀ ਨੌਲੇਜ ਆ ਉਹ ਦੇ ਦਿੰਦਾ ਹੈ। ਸੋ ਕਈ ਸਟੂਡੈਂਟਸ ਆ ਬਹੁਤ ਔਖੇ ਟੌਪਿਕ ਹੈ ਅਤੇ ਮੈਂ ਬਹੁਤ ਸੌਖੇ ਕਰਕੇ ਸਮਝਾਏ ਹੋਏ, ਅਤੇ ਵਿਦਿਆਰਥੀਆਂ ਦੇ ਕਮੈਂਟ ਤੋਂ ਮੈਨੂੰ ਪਤਾ ਲੱਗ ਰਿਹਾ ਵੀ ਉਹਨਾਂ ਨੂੰ ਸਮਝ ਲੱਗ ਰਹੀ ਹੈ ਨਾ। ਸੋ ਕਲੈਰਿਟੀ ਹੋ ਜਾਂਦੀ ਹੈ ਬੱਚਿਆਂ ਨੂੰ। ਆ ਜਾਓ ਅੱਗੇ ਜੀ, 3 ਨੰਬਰ ਪੁਆਇੰਟ ਹੈ ਜੀ ਪੁਨਰ ਵਿਚਾਰ, ਰਿਵਿਊ। ਪਾਠ ਪੁਸਤਕਾਂ ਤੋਂ ਵਿਦਿਆਰਥੀ ਪੜ੍ਹ ਕੇ ਉਸ ਟੌਪਿਕ 'ਤੇ ਆਪਣੀ ਗਲਤ ਧਾਰਨਾ ਬਣਾ ਸਕਦੇ ਹਨ। ਇਸ ਕਰਕੇ ਭਾਸ਼ਣ ਵਿਧੀ ਰਾਹੀਂ ਅਧਿਆਪਕ ਉਸ ਟੌਪਿਕ 'ਤੇ ਪੁਨਰ ਵਿਚਾਰ ਕਰਕੇ ਵਿਦਿਆਰਥੀਆਂ ਨੂੰ ਸਹੀ ਗਾਈਡ ਕਰ ਪਾਉਂਦੇ ਹਨ। ਸੋ ਪੁਨਰ ਵਿਚਾਰ, ਰਿਵਿਊ, ਠੀਕ ਹੈ। ਪਾਠ ਪੁਸਤਕ ਵੀ ਬੱਚਾ ਪੜ੍ਹਦਾ ਤਾਂ ਉਹਨੂੰ ਸਮਝ ਨਹੀਂ ਲੱਗਦੀ ਜਾਂ ਗਲਤ ਧਾਰਨਾ ਉਹ ਬਣਾ ਲੈਂਦੇ ਨੇ, ਹੈ ਨਾ। ਤਾਂ ਬਟ ਜੋ ਟੀਚਰ ਸਮਝਾਉਂਦਾ ਲੈਕਚਰ ਮੈਥਡ ਦੇ ਰਾਹੀਂ ਤਾਂ ਉਹ ਉਸ 'ਤੇ ਜਿਹੜਾ ਪੁਨਰ ਵਿਚਾਰ ਹੁੰਦਾ ਹੈ ਨਾ, ਤਾਂ ਵਿਦਿਆਰਥੀ ਜਿਹੜਾ ਸਹੀ ਜਿਹੜੀ ਜਾਣਕਾਰੀ ਹੈ ਉਹ ਜਿਹੜੀ ਲੈ ਪਾਉਂਦੇ ਨੇ, ਠੀਕ ਹੈ। ਉਹਨਾਂ ਨੂੰ ਸਹੀ ਜਿਹੜੀ ਗਾਈਡੈਂਸ ਹੈ ਉਹ ਮਿਲਦੀ ਹੈ ਜੀ ਲੈਕਚਰ ਮੈਥਡ ਦੇ ਰਾਹੀਂ। ਆ ਜਾਓਗੇ 4 ਨੰਬਰ ਹੈ ਜੀ ਵਾਧੂ ਵਿਸ਼ਾ ਵਸਤੂ ਪ੍ਰਦਾਨ ਕਰਨਾ, ਟੂ ਪ੍ਰੋਵਾਈਡ ਐਡੀਸ਼ਨਲ ਮਟੀਰੀਅਲ। ਸੋ ਵਾਧੂ ਵਿਸ਼ਾ ਵਸਤੂ ਪ੍ਰਦਾਨ ਕਰਨਾ, ਕਿਵੇਂ ਪ੍ਰਦਾਨ ਕਰਨਾ ਐਡੀਸ਼ਨਲ ਮਟੀਰੀਅਲ। ਜੇਕਰ ਆਪਾਂ ਪਾਠ ਪੁਸਤਕਾਂ ਦੀ ਗੱਲ ਕਰੀਏ ਤਾਂ ਕਈ ਵਾਰ ਵਿਸ਼ਾ ਵਸਤੂ ਨਾਲ ਸੰਬੰਧਿਤ ਘੱਟ ਜਾਣਕਾਰੀ ਹੁੰਦੀ ਹੈ। ਇਸ ਨਾਲ ਵਿਦਿਆਰਥੀਆਂ ਨੂੰ ਸਮੱਸਿਆ ਦਾ ਸਾਹਮਣਾ ਜਿਹੜਾ ਕਰਨਾ ਪੈਂਦਾ ਹੈ। ਲੈਕਚਰ ਵਿਧੀ ਰਾਹੀਂ ਅਧਿਆਪਕ ਵਾਧੂ ਜਾਣਕਾਰੀ ਵਿਦਿਆਰਥੀਆਂ ਨੂੰ ਜਿਹੜੀ ਦੇ ਪਾਉਂਦਾ ਹੈ। ਸੋ ਵਾਧੂ ਵਿਸ਼ਾ ਵਸਤੂ ਕਿਵੇਂ ਹੈ ਜੀ, ਹੁਣ ਜੇਕਰ ਗੱਲ ਕਰੀਏ ਤੁਹਾਡੀਆਂ ਬੁੱਕਸ ਦੀ ਤਾਂ ਘੱਟ ਆ ਕਈਆਂ ਦੇ ਵਿੱਚ ਮਟੀਰੀਅਲ, ਕਈਆਂ ਦੇ ਵਿੱਚ ਬਹੁਤ ਜ਼ਿਆਦਾ ਟਫ ਲਿਖਿਆ ਹੈ ਨਾ। ਸੋ ਜੇਕਰ ਕਾਲਜ ਦੇ ਤਾਂ ਟੀਚਰਸ ਦੀ ਗੱਲ ਕਰੀਏ ਤਾਂ ਜੇਕਰ ਉਹਨਾਂ ਦੇ ਤੁਸੀਂ ਧਿਆਨ ਦੇ ਨਾਲ ਲੈਕਚਰ ਜਿਹੜੇ ਸੁਣੇ ਹੋਣਗੇ, ਠੀਕ ਹੈ, ਉਹਨਾਂ ਦੇ ਧਿਆਨ ਦੇ ਨਾਲ ਜਦੋਂ ਉਹਨਾਂ ਨੇ ਕਲਾਸ ਦੇ ਵਿੱਚ ਪੜ੍ਹਾਇਆ ਹੋਵੇਗਾ ਤਾਂ ਬਹੁਤ ਸਾਰਾ ਜਿਹੜਾ ਮਟੀਰੀਅਲ ਸੌਖੇ ਤਰੀਕੇ ਦੇ ਨਾਲ ਤੁਹਾਨੂੰ ਜਿਹੜਾ ਮਿਲਿਆ ਹੋਵੇਗਾ। ਸੋ ਬਹੁਤ ਜ਼ਿਆਦਾ ਤੁਹਾਡੇ ਬੁੱਕਸ ਤੋਂ ਅਲੱਗ ਵੀ ਜਿਹੜੀ ਜਾਣਕਾਰੀ ਹੈ ਜਿਹੜੀ ਤੁਹਾਨੂੰ ਆ ਉਹ ਮਿਲੀ ਹੋਵੇਗੀ। ਸੋ ਵਾਧੂ ਵਿਸ਼ਾ ਵਸਤੂ ਜਿਹੜਾ ਪ੍ਰਦਾਨ ਕਰਨਾ ਕਿ ਬਹੁਤ ਸਾਰਾ ਜਿਹੜਾ ਮਟੀਰੀਅਲ ਤੁਹਾਨੂੰ ਮਿਲ ਜਾਂਦਾ ਹੈ, ਠੀਕ ਹੈ। ਬੁੱਕਸ ਤੋਂ ਘੱਟ ਮਿਲਦਾ ਕਈ ਵਾਰ, ਤਾਂ ਉਹ ਵਾਲੇ ਟੌਪਿਕ ਜਿਹੜਾ ਇੱਕ ਟੀਚਰ ਹੈ ਉਹ ਆਪਣੇ ਭਾਸ਼ਣ ਵਿਧੀ ਰਾਹੀਂ ਬਹੁਤ ਸਾਰੀ ਜਿਹੜੀ ਵਾਧੂ ਜਾਣਕਾਰੀ ਤੁਹਾਨੂੰ ਦੇ ਪਾਉਂਦਾ ਹੈ। ਆ ਜਾਓ ਜੀ ਅੱਗੇ, ਅਸਾਈਨਮੈਂਟ ਦੇਣਾ। ਸੋ ਟੂ ਗਿਵ ਅਸਾਈਨਮੈਂਟ ਮਿਲਦੀਆਂ ਤੁਹਾਨੂੰ ਕਾਲਜ ਦੇ ਵਿੱਚ ਮਿਲਦੀਆਂ ਹੋਣਗੀਆਂ, ਹੈ ਨਾ, ਮਿਲੀਆਂ ਹੋਣਗੀਆਂ ਸਾਰਿਆਂ ਨੂੰ। ਸੋ ਜਦੋਂ ਅਧਿਆਪਕ ਵਿਦਿਆਰਥੀਆਂ ਨੂੰ ਅਸਾਈਨਮੈਂਟ ਦਿੰਦਾ ਹੈ ਉਸ ਸਮੇਂ ਲੈਕਚਰ ਵਿਧੀ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਰਾਹੀਂ ਅਧਿਆਪਕ ਪਹਿਲਾਂ ਅਤੇ ਬਾਅਦ ਅਸਾਈਨਮੈਂਟ ਦੀ ਸਮੱਗਰੀ ਸੰਬੰਧੀ ਵਿਦਿਆਰਥੀਆਂ ਨੂੰ ਵਿਸਥਾਰ ਵਿੱਚ ਜਾਣਕਾਰੀ ਦੇ ਪਾਉਂਦਾ ਹੈ। ਸੋ ਇਹਦੇ ਵਿੱਚ ਕੀ ਹੈ ਜੀ, ਅਧਿਆਪਕ ਨੇ ਅਸਾਈਨਮੈਂਟ ਦਿੱਤੀ ਵਿਦਿਆਰਥੀ ਨੂੰ, ਠੀਕ ਹੈ, ਪਹਿਲਾਂ ਜਾਣਕਾਰੀ ਦਿੱਤੀ ਪੂਰੀ ਡਿਟੇਲ ਦੇ ਵਿੱਚ ਕੀ ਕੁਛ ਅਸਾਈਨਮੈਂਟ ਦੇ ਵਿੱਚ ਲਿਖਣਾ ਕੀ ਹੈ ਨਾ, ਮਤਲਬ ਕਿ ਡਿਟੇਲ ਦੇ ਵਿੱਚ ਸਮਝਾਉਂਦਾ ਹੈ। ਫਿਰ ਵਿਦਿਆਰਥੀ ਉਹਦੇ ਉੱਤੇ ਵਰਕ ਕਰਦਾ ਹੈ ਅਤੇ ਫਿਰ ਉਹ ਵਿਸਤਾਰ ਦੇ ਨਾਲ ਜਿਹੜੀ ਜਾਣਕਾਰੀ ਹੈ ਉਹ ਜਿਹੜੀ ਅਧਿਆਪਕ ਨੂੰ ਜਿਹੜੀ ਜਮ੍ਹਾਂ ਅਸਾਈਨਮੈਂਟ ਆ ਉਹ ਕਰਵਾਉਂਦਾ ਹੈ ਅਤੇ ਅਧਿਆਪਕ ਫਿਰ ਉਹਨੂੰ ਦੇਖਦਾ ਹੈ ਅਤੇ ਵਿਦਿਆਰਥੀ ਨੂੰ ਫਿਰ ਜਿਹੜੀ ਜਾਣਕਾਰੀ ਹੈ ਉਹ ਦੇ ਪਾਉਂਦਾ ਹੈ ਨਾ। ਸੋ ਇਹਦੇ ਨਾਲ ਜਿਹੜਾ ਇੱਕ ਪੂਰਾ ਅਸਾਈਨਮੈਂਟ ਦਾ ਜਿਹੜਾ ਪ੍ਰੋਸੈਸ ਹੈ ਉਹ ਕੰਪਲੀਟ ਹੋ ਜਾਂਦਾ ਜੀ ਭਾਸ਼ਣ ਵਿਧੀ ਦੇ ਰਾਹੀਂ, ਠੀਕ ਹੈ। ਜਦੋਂ ਅਧਿਆਪਕ ਵਿਦਿਆਰਥੀਆਂ ਨੂੰ ਅਸਾਈਨਮੈਂਟ ਦਿੰਦਾ ਹੈ ਉਸ ਸਮੇਂ ਲੈਕਚਰ ਵਿਧੀ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਇਸ ਰਾਹੀਂ ਅਧਿਆਪਕ ਪਹਿਲਾਂ ਅਤੇ ਬਾਅਦ ਅਸਾਈਨਮੈਂਟ ਦੀ ਸਮੱਗਰੀ ਸੰਬੰਧੀ ਵਿਦਿਆਰਥੀਆਂ ਨੂੰ ਵਿਸਥਾਰ ਵਿੱਚ ਜਾਣਕਾਰੀ ਦੇ ਪਾਉਂਦਾ ਹੈ।
ਹੁਣ ਨੈਕਸਟ ਆਪਾਂ ਕਰਦੇ ਹਾਂ ਜੀ ਭਾਸ਼ਣ ਵਿਧੀ ਦੇ ਗੁਣ ਕਿਹੜੇ ਨੇ। ਮੈਂ ਇਹ ਪੁਆਇੰਟ ਲਿਖਣੇ ਡਿਟੇਲ ਦੇ ਵਿੱਚ ਤੁਹਾਨੂੰ ਸਮਝਾਵਾਂਗੀ ਇਸ ਵੀਡੀਓ ਦੇ ਵਿੱਚ, ਤੇ ਨੋਟਸ ਤੁਹਾਨੂੰ ਪੁਆਇੰਟਸ ਦੇ ਵਿੱਚ ਹੀ ਮਿਲਣਗੇ। ਹਾਂਜੀ, ਭਾਸ਼ਣ ਵਿਧੀ ਦਾ ਗੁਣ ਕੀ ਹੈ ਜੀ? ਫਰਸਟ ਹੈ ਜੀ ਲਚਕਦਾਰ ਅਧਿਆਪਨ ਵਿਧੀ। ਸੋ ਫਲੈਕਸੀਬਲ ਹੈ ਜੀ। ਫਲੈਕਸੀਬਲ ਕਿਵੇਂ ਹੈ ਜੀ? ਲਚਕਦਾਰ ਅਧਿਆਪਨ ਵਿਧੀ ਕਿਵੇਂ ਆ ਇਹ? ਕਿਉਂਕਿ ਇਹ ਨਹੀਂ ਹੈਗਾ ਕਿ ਇੱਕ ਅਧਿਆਪਕ ਕਲਾਸ ਦੇ ਵਿੱਚ ਗਿਆ ਅਤੇ ਉਹਨੇ ਜਿਵੇਂ ਭਾਸ਼ਣ ਨੂੰ ਪ੍ਰਪੇਅਰ ਕੀਤਾ ਪੂਰਾ ਉੱਦਾਂ ਹੀ ਜਿਹੜਾ ਕਲਾਸ ਦੇ ਵਿੱਚ ਪੜ੍ਹਾਤਾ, ਇੱਦਾਂ ਨਹੀਂ ਹੈ। ਉਹ ਕਿਸੇ ਟਾਈਮ ਦੇ ਵੀ ਜਿਹੜਾ ਚੇਂਜ ਆਪਣੇ ਭਾਸ਼ਣ ਨੂੰ ਕਰ ਸਕਦਾ। ਉਹਨੂੰ ਕੋਈ ਉਹਦੇ ਮਾਈਂਡ ਦੇ ਵਿੱਚ ਹੋਰ ਕੋਈ ਗੱਲ ਆ ਰਹੀ ਹੈ ਤਾਂ ਉਹ ਵੀ ਉਹਨੂੰ ਜਿਹੜਾ ਹੈ ਵਿਦਿਆਰਥੀਆਂ ਨੂੰ ਉਸ ਟਾਈਮ ਦੇ ਵਿੱਚ ਦੱਸ ਸਕਦਾ ਹੈ। ਕਿਉਂਕਿ ਜਦੋਂ ਆਪਾਂ ਪੜ੍ਹਾਉਂਦੇ ਹਾਂ ਕਲਾਸ ਦੇ ਵਿੱਚ, ਇੱਕ ਟੀਚਰ ਕਲਾਸ ਦੇ ਵਿੱਚ ਪੜ੍ਹਾਉਂਦਾ ਹੈ ਤਾਂ ਉਦੋਂ ਉਹਦੇ ਦਿਮਾਗ ਦੇ ਵਿੱਚ ਬਹੁਤ ਸਾਰੇ ਜਿਹੜੇ ਥੋਟਸ ਆਉਂਦੇ ਨੇ, ਹੈ ਨਾ। ਤਾਂ ਉਹਦੇ ਮਤਲਬ ਪੂਰਾ ਉਹਦਾ ਜਿਹੜਾ ਇੱਕ ਬੇਸ ਬਣਿਆ ਹੁੰਦਾ ਜਦੋਂ ਪੜ੍ਹਾ ਰਿਹਾ ਹੁੰਦਾ ਹੈ ਨਾ, ਤਾਂ ਉਹਦਾ ਪੂਰਾ ਜਿਹੜਾ ਮਾਈਂਡ ਹੈ ਜੀ ਉਸੇ ਟੌਪਿਕ ਦੇ ਆਲੇ ਦੁਆਲੇ ਘੁੰਮਦਾ ਹੈ। ਅਤੇ ਬਹੁਤ ਸਾਰੀਆਂ ਜਿਹੜੀਆਂ ਨਵੀਆਂ ਗੱਲਾਂ ਜਿਹੜੀਆਂ ਟੀਚਰ ਹੈ ਉਹ ਵਿਦਿਆਰਥੀਆਂ ਨੂੰ ਜਿਹੜੀਆਂ ਦੱਸ ਪਾਉਂਦਾ ਹੈ। ਸੋ ਲਚਕਦਾਰ ਅਧਿਆਪਨ ਵਿਧੀ ਹੈ ਕਿ ਚੇਂਜ ਹੈ ਜਿਹੜੇ ਅਧਿਆਪਕ ਹੈ ਉਹ ਕਲਾਸ ਦੇ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹੋਏ ਕਰ ਸਕਦਾ ਜੀ ਭਾਸ਼ਣ ਵਿਧੀ ਦੇ ਰਾਹੀਂ। ਇਹਦਾ ਗੁਣ ਹੈ ਜੀ। ਸੋ ਇਹਨੂੰ ਐਕਸਪਲੇਨ ਕਰਕੇ ਲਿਖੋ ਐਗਜ਼ਾਮ ਦੇ ਵਿੱਚ। ਜੇਕਰ ਭਾਸ਼ਣ ਵਿਧੀ ਦੇ ਗੁਣ ਆ ਜਾਂਦੇ ਤਾਂ ਐਕਸਪਲੇਨ ਕਰ ਦਿਓ, ਇਹ ਮੈਂ ਵਾਰ-ਵਾਰ ਕਹਿੰਦੀ ਹਾਂ। ਸੈਕਿੰਡ ਹੈ ਜੀ ਆਸਾਨੀ ਨਾਲ ਗਿਆਨ ਦੇਣ ਦੇ ਨਾਲ ਸੰਬੰਧਿਤ। ਸੋ ਆਸਾਨੀ ਦੇ ਨਾਲ ਗਿਆਨ ਤਾਂ ਦੇ ਹੀ ਪਾਉਂਦੇ ਹਾਂ ਨਾ ਜੀ ਆਪਾਂ ਭਾਸ਼ਣ ਵਿਧੀ ਦੇ ਰਾਹੀਂ। ਹੁਣ ਮੈਂ ਵੀ ਤੁਹਾਨੂੰ ਨੌਲੇਜ ਦੇ ਰਹੀ ਹਾਂ ਤਾਂ ਮੈਂ ਵੀ ਤੁਹਾਨੂੰ ਜਿਹੜੇ ਸੌਖੇ ਤਰੀਕੇ ਦੇ ਨਾਲ ਜਿਹੜਾ ਮੈਂ ਨੌਲੇਜ ਦੇ ਪਾ ਰਹੀ ਹਾਂ, ਹੈ ਨਾ। ਜੇਕਰ ਨੋਟਸ ਵੀ ਨਾ ਹੋਣ, ਮੈਂ ਕਲਾਸ ਦੇ ਵਿੱਚ ਹੋਵਾਂ ਅਤੇ ਮੈਂ ਤੁਹਾਨੂੰ ਜਿਹੜੀ ਪੜ੍ਹਾ ਰਹੀ ਹੋਵਾਂ ਤਾਂ ਮੈਂ ਆਸਾਨੀ ਦੇ ਨਾਲ ਤੁਹਾਨੂੰ ਜਿਹੜਾ ਗਿਆਨ ਹੈ ਉਹ ਦੇ ਪਾਵਾਂਗੀ ਨਾ, ਹੈ ਨਾ। ਕਿ ਮੇਰੇ ਮਾਈਂਡ ਦੇ ਵਿੱਚ ਜੋ ਨੌਲੇਜ ਆ ਮੇਰੇ ਕੋਲੋਂ ਮੈਂ ਤੁਹਾਨੂੰ ਜਿਹੜੀ ਦੇ ਪਾਵਾਂਗੀ, ਹੈ ਨਾ। ਸੋ ਆਸਾਨੀ ਦੇ ਨਾਲ ਗਿਆਨ ਦੇਣ ਦੇ ਨਾਲ ਇਹ ਸੰਬੰਧਿਤ ਹੈ। ਆਪਾਂ ਸੌਖੇ ਤਰੀਕੇ ਦੇ ਨਾਲ ਜਿਹੜਾ ਗਿਆਨ ਹੈ ਕਿਸੇ ਨੂੰ ਦੇ ਪਾਉਂਦੇ ਹਾਂ। ਥਰਡ ਨੰਬਰ ਹੈ ਜੀ ਵਿਦਿਆਰਥੀਆਂ ਦੇ ਪੱਧਰ ਅਨੁਸਾਰ ਗਿਆਨ ਦੇਣ ਦੇ ਵਿੱਚ ਸਹਾਈ। ਸੋ ਭਾਸ਼ਣ ਵਿਧੀ ਦਾ ਜਿਹੜਾ ਪ੍ਰਯੋਗ ਹੈ ਨਾ ਜੀ, ਆਪਾਂ ਨੂੰ ਵਿਦਿਆਰਥੀ ਦੇ ਪੱਧਰ ਦੇ ਅਨੁਸਾਰ ਹੀ ਆਪਾਂ ਨੂੰ ਜਿਹੜਾ ਕਰਨਾ ਚਾਹੀਦਾ ਹੈ। ਇਹ ਨਹੀਂ ਹੋਣਾ ਚਾਹੀਦਾ ਕਿ ਛੋਟੇ ਬੱਚੇ ਆ ਅਤੇ ਉਹਨਾਂ ਦੇ ਸਾਹਮਣੇ ਆਪਾਂ 2 ਘੰਟਿਆਂ ਦਾ ਜਿਹੜਾ ਉਹਨਾਂ ਨੂੰ ਪੜ੍ਹਾਈ ਜਾ ਰਹੇ ਹਾਂ, ਭਾਸ਼ਣ ਦੇਈ ਜਾ ਰਹੇ ਹਾਂ, ਤਾਂ ਉਹਨਾਂ ਨੂੰ ਨਹੀਂ ਸਮਝ ਲੱਗੇਗੀ, ਹੈ ਨਾ। ਸੋ ਵਿਦਿਆਰਥੀਆਂ ਦੇ ਪੱਧਰ ਅਨੁਸਾਰ ਗਿਆਨ ਦੇਣ ਦੇ ਵਿੱਚ ਸਹਾਈ ਹੈ। ਜੇਕਰ ਛੋਟੇ ਬੱਚੇ ਆ ਤਾਂ ਉਹਨਾਂ ਨੂੰ ਉਸ ਤਰੀਕੇ ਨਾਲ ਜਿਹੜਾ ਸਮਝਾਇਆ ਜਾਵੇ, ਹੈ ਨਾ। ਅਤੇ ਜੇਕਰ ਵੱਡੇ ਬੱਚੇ ਆ ਤਾਂ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਸਮਝਾਇਆ ਜਾਵੇ, ਉਹਨਾਂ ਦੀ ਪ੍ਰੀਵੀਅਸ ਨੌਲੇਜ ਦੇ ਅਨੁਸਾਰ ਜਿਹੜਾ ਸਮਝਾਇਆ ਜਾਵੇ। ਸੋ ਵਿਦਿਆਰਥੀਆਂ ਦੇ ਪੱਧਰ ਦੇ ਅਨੁਸਾਰ ਆਪਾਂ ਜਿਹੜਾ ਭਾਸ਼ਣ ਵਿਧੀ ਦੇ ਰਾਹੀਂ ਜਿਹੜਾ ਗਿਆਨ ਹੈ ਉਹ ਦੇ ਸਕਦੇ ਹਾਂ। ਇਹ ਨਹੀਂ ਹੈਗਾ ਕਿ ਇੱਕ ਹੀ ਬਸ ਹੈਗਾ ਕਿ ਇਸੇ ਵਿਧੀ ਰਾਹੀਂ ਦੇਣਾ ਭਾਸ਼ਣ, ਨਹੀਂ। ਛੋਟੇ ਬੱਚੇ ਆ ਤਾਂ ਉਸ ਤਰੀਕੇ ਨਾਲ ਭਾਸ਼ਣ ਆਪਾਂ ਦੇਣਾ, ਠੀਕ ਹੈ। ਉਹਨਾਂ ਦੇ ਲੈਵਲ ਮੁਤਾਬਕ ਵੱਡੇ ਬੱਚੇ ਆ ਤਾਂ ਉਸ ਤਰੀਕੇ ਦੇ ਨਾਲ ਆਪਾਂ ਗਿਆਨ ਦੇਣਾ ਹੈ। ਆ ਜਾਓਗੇ 4 ਨੰਬਰ 'ਤੇ ਜੀ ਸਮੱਸਿਆ ਦਾ ਹੱਲ ਕਰਨ ਦੇ ਵਿੱਚ ਸਹਾਈ। ਸੋ ਭਾਸ਼ਣ ਵਿਧੀ ਕੀ ਹੈ? ਸਮੱਸਿਆਵਾਂ ਦਾ ਹੱਲ ਕਰਨ ਦੇ ਵਿੱਚ ਸਹਾਈ ਹੈ। ਸੋ ਕਲਾਸ ਦੇ ਵਿੱਚ ਪੜ੍ਹਾ ਰਿਹਾ ਇੱਕ ਟੀਚਰ, ਤਾਂ ਵਿਦਿਆਰਥੀ ਸੁਣ ਰਹੇ ਆ ਬਟ ਉਹਨਾਂ ਦੇ ਬਹੁਤ ਸਾਰੇ ਕੁਐਸਚਨ ਨੇ। ਸੋ ਕਲਾਸ ਦੇ ਵਿੱਚ ਉਹ ਕੁਐਸਚਨ ਵੀ ਜਿਹੜਾ ਵਿਦਿਆਰਥੀ ਹੈ ਉਹ ਟੀਚਰ ਨੂੰ ਪੁੱਛਦੇ ਆ ਤਾਂ ਟੀਚਰ ਉਹਨਾਂ ਦਾ ਜਿਹੜਾ ਹੱਲ ਹੈ ਉਹ ਕਰਦਾ ਹੈ। ਸੋ ਸਮੱਸਿਆ ਦਾ ਹੱਲ ਕਰਨ ਦੇ ਵਿੱਚ ਵੀ ਸਹਾਇਕ ਹੈ ਜੀ ਭਾਸ਼ਣ ਵਿਧੀ। ਇਹ ਨਹੀਂ ਹੈਗਾ ਸਿਰਫ ਟੀਚਰ ਨੇ ਕਲਾਸ ਦੇ ਵਿੱਚ ਆ ਕੇ ਲੈਕਚਰ ਦਿੱਤਾ ਅਤੇ ਚਲੋ, ਇੱਦਾਂ ਨਹੀਂ ਹੈਗਾ। ਉਸ ਤੋਂ ਬਾਅਦ ਜਿਹੜਾ ਇੱਕ ਵਿਦਿਆਰਥੀ ਆ ਉਹ ਵੀ ਜਿਹੜੇ ਆਪਣੇ ਜਿਹੜੀਆਂ ਸਮੱਸਿਆਵਾਂ ਨੇ ਉਹ ਟੀਚਰ ਦੇ ਕੋਲ ਲੈ ਕੇ ਜਾਂਦੇ ਆ ਅਤੇ ਟੀਚਰ ਉਹਨੂੰ ਫਿਰ ਜਿਹੜਾ ਭਾਸ਼ਣ ਵਿਧੀ ਰਾਹੀਂ ਜਿਹੜਾ ਸੋਲਵ ਹੈ ਉਹ ਕਰਦਾ ਹੈ। ਸੋ 5 ਨੰਬਰ 'ਤੇ ਜੀ ਸਮੇਂ ਦੀ ਬਚਤ। ਬਿਲਕੁਲ ਜਿਹਦੇ ਨਾਲ ਜਿਹੜੀ ਸਮੇਂ ਦੀ ਬਚਤ ਹੁੰਦੀ ਹੈ ਅਤੇ ਆਸਾਨੀ ਦੇ ਨਾਲ ਜਿਹੜਾ ਗਿਆਨ ਹੈ ਉਹ ਵਿਦਿਆਰਥੀ ਤੱਕ ਜਿਹੜਾ ਪਹੁੰਚ ਪਾਉਂਦਾ ਹੈ। ਬਹੁਤ ਸਾਰੇ ਵੱਡੇ ਅਤੇ ਔਖੇ ਟੌਪਿਕ ਨੂੰ ਬਹੁਤ ਸੌਖੇ ਤਰੀਕੇ ਦੇ ਨਾਲ ਹੀ ਜਿਹੜਾ ਭਾਸ਼ਣ ਵਿਧੀ ਦੇ ਰਾਹੀਂ ਜਿਹੜਾ ਅਧਿਆਪਕ ਹੈ ਉਹ ਸਮਝਾ ਪਾਉਂਦਾ ਹੈ। ਜਿਵੇਂ ਕਿ ਮੈਂ ਵੀ ਤੁਹਾਨੂੰ ਸਮਝਾ ਰਹੀ ਹਾਂ ਤਾਂ ਇਹਦੇ ਨਾਲ ਵੀ ਤੁਹਾਡੀ ਜਿਹੜੀ ਸਮੇਂ ਦੀ ਬਚਤ ਹੋ ਰਹੀ ਹੈ। ਤੁਸੀਂ ਸੌਖੇ ਤਰੀਕੇ ਦੇ ਨਾਲ ਜਿਹੜੀਆਂ ਚੀਜ਼ਾਂ ਨੂੰ ਜਿਹੜਾ ਸਮਝ ਪਾ ਰਹੇ ਹੋ, ਤਾਂ ਉਹ ਹੋ ਸਕਦਾ ਜੇਕਰ ਤੁਸੀਂ ਬੁੱਕਸ ਤੋਂ ਪੜ੍ਹੋ ਤਾਂ ਤੁਸੀਂ 1 2 3 4 ਵਾਰੀ ਵੀ ਪੜ੍ਹੋ, ਪਰ ਤੁਹਾਨੂੰ ਜਿਹੜੀ ਸਮਝ ਨਾ ਲੱਗੇ ਤਾਂ ਉਹ ਸਮੇਂ ਦੀ ਬਰਬਾਦੀ ਹੈ। ਤਾਂ ਇੱਕ ਜਦੋਂ ਟੀਚਰ ਭਾਸ਼ਣ ਵਿਧੀ ਰਾਹੀਂ ਸਮਝਾਉਂਦਾ ਤਾਂ ਇਹਦੇ ਨਾਲ ਜਿਹੜੀ ਸਮੇਂ ਦੀ ਬਚਤ ਵੀ ਹੁੰਦੀ ਹੈ। ਸੋ ਜਦੋਂ ਵੀ ਕੋਈ ਟੀਚਰ ਸਮਝਾਉਂਦਾ ਤਾਂ ਉਦੋਂ ਜਿਹੜੀ ਸਮਝ ਵੀ ਜਲਦੀ ਲੱਗਦੀ ਹੈ। ਸੋ 6 ਨੰਬਰ 'ਤੇ ਹੈ ਜੀ ਧਨ ਦੀ ਬੱਚਤ। ਸੋ ਧਨ ਦੀ ਬੱਚਤ ਜੀ ਹੈ, ਸੋ ਇਹਦੇ ਨਾਲ ਧਨ ਦੀ ਬੱਚਤ ਵੀ ਹੁੰਦੀ ਹੈ ਕਿਉਂਕਿ ਆਪਾਂ ਨੂੰ ਜਿਹੜੀ ਨੌਲੇਜ ਹੈ ਜੀ ਉਹ ਆਪਾਂ ਨੂੰ ਲੈਕਚਰ ਵਿਧੀ ਦੇ ਰਾਹੀਂ ਜਿਹੜੀ ਮਿਲ ਜਾਂਦੀ ਹੈ, ਭਾਸ਼ਣ ਵਿਧੀ ਰਾਹੀਂ ਅਧਿਆਪਕ ਦੇ ਕੋਲੋਂ ਮਿਲ ਜਾਂਦੀ ਹੈ। ਅਤੇ ਆਪਾਂ ਨੂੰ ਜ਼ਿਆਦਾ ਕਈ ਵਾਰੀ ਆਪਣੇ ਕੋਲ ਬੁੱਕਸ ਵੀ ਨਹੀਂ ਹੁੰਦੀਆਂ ਅਤੇ ਆਪਣਾ ਜੋ ਟੀਚਰ ਨੇ ਆਪਾਂ ਨੂੰ ਸਮਝਾਇਆ ਹੁੰਦਾ ਉਹੀ ਆਪਾਂ ਜਿਹੜਾ ਨੋਟ ਕਰ ਲੈਂਦੇ ਹਾਂ, ਉਹਨਾਂ ਦੀਆਂ ਗੱਲਾਂ ਆਪਾਂ ਨੂੰ ਆਪਣੀਆਂ ਮਾਈਂਡ ਦੇ ਵਿੱਚ ਰੱਖ ਲੈਂਦੇ ਹਾਂ, ਹੈ ਨਾ। ਅਤੇ ਉਸ ਅਕੋਰਡਿੰਗ ਹੀ ਆਪਾਂ ਜਿਹੜਾ ਆਨਸਰ ਹੈ ਉਹ ਲਿਖ ਦਿੰਦੇ ਹਾਂ। ਸੋ ਇਹਦੇ ਨਾਲ ਆਪਾਂ ਨੂੰ ਜ਼ਿਆਦਾ ਜਿਹੜੀਆਂ ਬੁੱਕਸ ਵੀ ਨਹੀਂ ਖਰੀਦਣੀਆਂ ਪੈਂਦੀਆਂ ਅਤੇ ਧਨ ਦੀ ਜਿਹੜੀ ਬੱਚਤ ਹੈ ਉਹ ਹੋ ਜਾਂਦੀ ਹੈ। ਆ ਜਾਓਗੇ 7 ਨੰਬਰ 'ਤੇ ਹੈ ਜੀ 7 ਨੰਬਰ 'ਤੇ ਹੈ ਜੀ ਸੌਖਾ ਅਧਿਆਪਨ ਢੰਗ। ਸੋ ਇਹ ਅਧਿਆਪਨ ਕਰਨ ਦਾ ਇੱਕ ਟੀਚਰ ਜੇਕਰ ਕਲਾਸ ਟੀਚਰ ਹੈ ਤਾਂ ਉਹਦੇ ਲਈ ਸਭ ਤੋਂ ਜਿਹੜਾ ਸੌਖਾ ਅਧਿਆਪਨ ਢੰਗ ਹੈ, ਕਿਉਂਕਿ ਇਹਦੇ ਵਿੱਚ ਕੋਈ ਵੀ ਜ਼ਿਆਦਾ ਜਿਹੜੀ ਮਤਲਬ ਕਿ ਇੱਕ
ਭਾਸ਼ਣ ਦੇਣ ਤੋਂ ਇਲਾਵਾ ਜ਼ਿਆਦਾ ਕੋਈ ਵੀ ਜਿਹੜੀ ਤਿਆਰੀ ਉਹ ਨਹੀਂ ਕਰਨੀ ਪੈਂਦੀ, ਸਿਰਫ ਨੌਲੇਜ ਟੀਚਰ ਦੇ ਕੋਲ ਹੋਣੀ ਚਾਹੀਦੀ ਹੈ ਅਤੇ ਉਸ ਨੌਲੇਜ ਦੇ ਰਾਹੀਂ ਹੀ ਜਿਹੜਾ ਅਧਿਆਪਕ ਹੈ ਉਹ ਭਾਸ਼ਣ ਵਿਧੀ ਰਾਹੀਂ ਜਿਹੜਾ ਗਿਆਨ ਹੈ ਉਹ ਵਿਦਿਆਰਥੀਆਂ ਨੂੰ ਜਿਹੜਾ ਦੇ ਪਾਉਂਦਾ ਹੈ। ਜੇਕਰ ਆਪਾਂ ਮਾਡਲ ਮੈਥਡ ਦੀ ਗੱਲ ਕਰੀਏ ਹੈ ਨਾ, ਉਹਦੇ ਵਿੱਚ ਉਹਨੂੰ ਮਾਡਲ ਰੈਡੀ ਕਰਨਾ ਪਵੇਗਾ। ਜੇਕਰ ਚਾਰਟ ਵਗੈਰਾ ਬਣਾਉਣੇ ਆ ਹੈ ਨਾ, ਅਲੱਗ-ਅਲੱਗ ਜਿਹੜੇ ਮੈਥਡ ਨੇ ਹੈ ਨਾ, ਉਹਨਾਂ ਸਭ ਦੀ ਤਿਆਰੀ ਕਰਨੀ ਪਵੇਗੀ ਸੋ ਸੌਖਾ ਅਧਿਆਪਨ ਢੰਗ ਹੈ। ਜੇਕਰ ਭਾਸ਼ਣ ਦੀ ਗੱਲ ਕਰੀਏ ਤਾਂ ਅਧਿਆਪਕ ਨੇ ਸਿਰਫ ਕਲਾਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਹੀ ਵਿਦਿਆਰਥੀਆਂ ਨੂੰ ਜਿਹੜੇ ਦੱਸਣੇ ਹੁੰਦੇ ਉਹਨਾਂ ਦੇ ਸਿਲੇਬਸ ਦੇ ਮੁਤਾਬਿਕ, ਤਾਂ ਸੌਖੇ ਤਰੀਕੇ ਨਾਲ ਜਿਹੜਾ ਅਧਿਆਪਕ ਹੈ ਉਹ ਵਿਦਿਆਰਥੀ ਨੂੰ ਪੜ੍ਹਾ ਪਾਵੇਗਾ। ਸੋ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਕਰ ਦਿਓ, ਕਮੈਂਟ ਕਰ ਦਿਓ, ਫਰੈਂਡਸ ਦੇ ਨਾਲ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚ ਸਕਣ ਅਤੇ ਮੈਨੂੰ ਮੋਟੀਵੇਸ਼ਨ ਮਿਲ ਸਕੇ ਅਤੇ ਮੈਂ ਹੋਰ ਵੀ ਵੀਡੀਓਜ਼ ਤੁਹਾਡੇ ਲਈ ਅਪਲੋਡ ਕਰ ਸਕਾਂ। ਸੋ ਕਾਫੀ ਲੰਬੇ ਹੋ ਜਾਂਦੇ ਆ, ਜ਼ਿਆਦਾ ਟਾਈਮ ਬੋਲਣਾ ਬਹੁਤ ਔਖਾ ਹੋ ਜਾਂਦਾ। ਸੋ 8 ਨੰਬਰ 'ਤੇ ਗੱਲ ਕਰਦੇ ਹਾਂ ਜੀ, ਸੁਣਨ ਦਾ ਹੁਨਰ ਜਿਹੜਾ ਵਿਕਸਿਤ ਹੈ ਉਹ ਹੁੰਦਾ ਹੈ। ਸੋ ਕਮੈਂਟ ਕਰ ਦਿਓ ਜੀ, ਜ਼ਰੂਰ ਕਮੈਂਟ ਕਰ ਦਿਆ ਕਰੋ। ਸੋ 8 ਨੰਬਰ ਦੇ ਜੀ, ਸੁਣਨ ਦਾ ਹੁਨਰ ਵਿਕਸਿਤ ਹੁੰਦਾ ਹੈ। ਸੋ ਇੱਕ ਟੀਚਰ ਜੇਕਰ ਕਲਾਸ ਦੇ ਵਿੱਚ ਪੜ੍ਹਾ ਰਿਹਾ ਤਾਂ ਵਿਦਿਆਰਥੀ ਸੁਣ ਰਹੇ ਨੇ, ਸੋ ਉਹਨਾਂ ਦੇ ਵਿੱਚ ਸੁਣਨ ਦਾ ਹੁਨਰ ਤਾਂ ਜਿਹੜਾ ਵਿਕਸਿਤ ਉਹ ਹੋਵੇਗਾ ਨਾ। ਹੁਣ ਵੀ ਮੈਂ ਤੁਹਾਨੂੰ ਪੜ੍ਹਾ ਰਹੀ ਹਾਂ ਤਾਂ ਤੁਸੀਂ ਸੁਣ ਰਹੇ ਹੋ, ਤੁਹਾਡੇ ਵਿੱਚ ਸੁਣਨ ਦਾ ਜਿਹੜਾ ਹੁਨਰ ਵਿਕਸਿਤ ਹੁੰਦਾ ਹੈ ਨਾ। ਤੁਸੀਂ ਪੂਰਾ ਜਿਹੜਾ ਫੋਕਸ ਲਗਾ ਕੇ ਜੇਕਰ ਤੁਸੀਂ ਪੜ੍ਹੋਗੇ, ਪੂਰਾ ਜਿਹੜਾ ਧਿਆਨ ਕੇਂਦਰਿਤ ਕਰਕੇ ਜਿਹੜਾ ਸੁਣੋਗੇ ਹੈ ਨਾ ਟੀਚਰ ਨੂੰ, ਤਾਂ ਤੁਹਾਨੂੰ ਜਿਹੜੀ ਨੌਲੇਜ ਹੈ ਉਹ ਮਿਲੇਗੀ ਅਤੇ ਨੌਲੇਜ ਮਿਲਣ ਦੇ ਨਾਲ ਨਾਲ ਤੁਹਾਡਾ ਜਿਹੜਾ ਸੁਣਨ ਦਾ ਜਿਹੜਾ ਹੁਨਰ ਹੈ ਉਹ ਵੀ ਜਿਹੜਾ ਵਿਕਸਿਤ ਹੈ ਉਹ ਹੋਵੇਗਾ। 9 ਨੰਬਰ 'ਤੇ ਜੀ, ਧਿਆਨ ਕੇਂਦਰਿਤ ਕਰਨ ਦੇ ਵਿੱਚ ਸਹਾਈ। ਧਿਆਨ ਕੇਂਦਰਿਤ ਵੀ ਤੁਹਾਡਾ ਕਰਨ ਦੇ ਵਿੱਚ ਸਹਾਈ ਹੈ। ਜਦੋਂ ਕੋਈ ਬੋਲ ਰਿਹਾ ਕਲਾਸ ਦੇ ਵਿੱਚ ਪੜ੍ਹਾ ਰਿਹਾ ਤਾਂ ਤੁਹਾਡਾ ਧਿਆਨ ਵੀ ਉਹ ਜੋ ਟੀਚਰ ਕਰਵਾ ਰਿਹਾ ਉਹਨਾਂ ਦੇ ਵੱਲ ਹੀ ਹੋਵੇਗਾ। ਸੋ ਧਿਆਨ ਕੇਂਦਰਿਤ ਕਰਨ ਦੇ ਵਿੱਚ ਵੀ ਜਿਹੜਾ ਸਹਾਇਕ ਹੈ ਜੀ ਭਾਸ਼ਣ ਵਿਧੀ। ਹੋ ਸਕਦਾ ਹੋਰ ਕੋਈ ਵਿਧੀ ਹੋਵੇ ਤਾਂ ਉਹਦੇ ਵਿੱਚ ਜਿਹੜਾ ਧਿਆਨ ਵਿਦਿਆਰਥੀ ਦਾ ਨਾ ਕੇਂਦਰਿਤ ਹੋ ਸਕੇ, ਬਟ ਧਿਆਨ ਕੇਂਦਰਿਤ ਕਰਨ ਦੇ ਵਿੱਚ ਸਹਾਈ ਹੈ ਜੀ ਲੈਕਚਰ ਮੈਥਡ, ਕਿਉਂਕਿ ਇੱਕ ਵਿਦਿਆਰਥੀ ਆ ਉਹ ਅਧਿਆਪਕ ਨੂੰ ਜਿਹੜਾ ਸੁਣਦਾ ਹੈ ਅਤੇ ਉਹ ਅਧਿਆਪਕ ਨੂੰ ਸੁਣੇਗਾ ਅਤੇ ਫਿਰ ਹੀ ਜਿਹੜੀ ਉਹ ਨੌਲੇਜ ਆ ਉਹ ਲੈ ਪਾਵੇਗਾ। ਇਸ ਕਰਕੇ ਜਿਹੜਾ ਟੀਚਰ ਦਾ ਪੂਰਾ ਧਿਆਨ ਹੁੰਦਾ ਵਿਦਿਆਰਥੀਆਂ ਦੇ ਵਿੱਚ ਕਿ ਵਿਦਿਆਰਥੀ ਦਾ ਕਿੱਦਾਂ ਦਾ ਬਿਹੇਵੀਅਰ, ਉਹਨਾਂ ਨੂੰ ਕੋਈ ਸਮਝ ਲੱਗ ਰਹੀ ਹੈ ਕਿ ਨਹੀਂ ਲੱਗ ਰਹੀ ਹੈ ਨਾ। ਕੁਝ ਬੱਚੇ ਬਹੁਤ ਹੀ ਧਿਆਨ ਦੇ ਨਾਲ ਟੀਚਰ ਨੂੰ ਸੁਣਦੇ ਆ ਹੈ ਨਾ, ਅਤੇ ਜੇਕਰ ਇੱਕ ਵਿਦਿਆਰਥੀ ਟੀਚਰ ਨੂੰ ਧਿਆਨ ਦੇ ਨਾਲ ਸੁਣ ਲੈਂਦਾ ਜੀ ਉਹਦਾ ਲੈਕਚਰ, ਤਾਂ ਫਿਰ ਉਹਨੂੰ ਜਿਹੜਾ ਉਹ ਟੌਪਿਕ ਬਹੁਤ ਹੀ ਜ਼ਿਆਦਾ ਜਿਹੜਾ ਆਸਾਨ ਹੈ ਉਹ ਲੱਗਣ ਲੱਗ ਜਾਂਦਾ ਹੈ। ਨੈਕਸਟ ਆ ਜਾਊਗੀ 10 ਨੰਬਰ 'ਤੇ ਜੀ, ਨੋਟਸ ਤਿਆਰ ਕਰਨ ਦੇ ਵਿੱਚ ਸਹਾਈ। ਬਿਲਕੁਲ ਜੀ, ਲੈਕਚਰ ਮੈਥਡ ਨੋਟਸ ਤਿਆਰ ਕਰਨ ਦੇ ਵਿੱਚ ਬਹੁਤ ਸਹਾਈ ਹੈ, ਕਿਉਂਕਿ ਜਦੋਂ ਵੀ ਟੀਚਰ ਕਲਾਸ ਦੇ ਵਿੱਚ ਲੈਕਚਰ ਵਿਧੀ ਰਾਹੀਂ ਪੜ੍ਹਾ ਰਿਹਾ ਹੁੰਦਾ ਤਾਂ ਕੁਝ ਵਿਦਿਆਰਥੀ ਜਿਹੜੇ ਕਾਪੀ 'ਤੇ ਜਿਹੜਾ ਨੋਟ ਹੈ, ਨੋਟਬੁੱਕ 'ਤੇ ਜਿਹੜਾ ਨੋਟ ਹੈ ਉਹ ਕਰ ਰਹੇ ਹੁੰਦੇ ਆ, ਤਾਂ ਉਹ ਜਿਹੜੀਆਂ ਗੱਲਾਂ ਜੋ ਟੀਚਰ ਦੱਸਦਾ ਤਾਂ ਉਹ ਨੋਟਸ ਬਣਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਸਹਾਇਕ ਹੁੰਦੀਆਂ ਨੇ। ਅਤੇ ਕਈ ਵਾਰੀ ਜਿਹੜੇ ਟੌਪਿਕ ਆ ਉਹ ਪੂਰੇ ਨਹੀਂ ਹੁੰਦੇ ਬੁੱਕਸ ਦੇ ਵਿੱਚ, ਤਾਂ ਵਿਦਿਆਰਥੀ ਜਿਹੜੇ ਆ ਟੀਚਰ ਨੂੰ ਸੁਣ ਕੇ ਉਹਨਾਂ ਦੀਆਂ ਗੱਲਾਂ ਨੂੰ ਜਿਹੜਾ ਨੋਟਸ ਦੇ ਵਿੱਚ ਐਡ ਕਰ ਲੈਂਦੇ ਨੇ। ਤਾਂ ਇਸ ਕਰਕੇ ਜਿਹੜੇ ਨੋਟਸ ਤਿਆਰ ਕਰਨ ਦੇ ਵਿੱਚ ਵੀ ਜਿਹੜਾ ਸਹਾਇਕ ਹੁੰਦੀ ਹੈ ਜੀ ਲੈਕਚਰ ਵਿਧੀ, ਠੀਕ ਹੈ, ਭਾਸ਼ਣ ਵਿਧੀ। ਸੋ ਲੈਕਚਰ ਮੈਥਡ, ਭਾਸ਼ਣ ਵਿਧੀ ਹੈ ਨਾ, ਜਾਂ ਵਿਆਖਿਆਨ ਵਿਧੀ ਵੀ ਇਹਨੂੰ ਆਪਾਂ ਕਹਿ ਸਕਦੇ ਹਾਂ। ਸੌਰੀ। ਸੋ ਨੈਕਸਟ ਹੈ ਜੀ 11 ਨੰਬਰ 'ਤੇ ਜੀ, ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਗਿਆਨ ਪ੍ਰਦਾਨ ਕਰਵਾਉਣ ਦੇ ਵਿੱਚ ਸਹਾਈ। ਸੋ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀ ਨੇ, ਬਹੁਤ ਸਾਰੇ ਜਿਹੜੇ ਵਿਦਿਆਰਥੀ ਕਲਾਸ ਦੇ ਵਿੱਚ ਬੈਠੇ ਹੋਏ ਨੇ ਹੈ ਨਾ, ਉਹ ਤਾਂ ਉਹਨਾਂ ਸਾਰਿਆਂ ਨੂੰ ਜਿਹੜਾ ਇੱਕ ਟੀਚਰ ਉਹ ਪੜ੍ਹਾ ਸਕਦਾ ਹੈ ਨਾ ਭਾਸ਼ਣ ਵਿਧੀ ਦੇ ਰਾਹੀਂ, ਠੀਕ ਹੈ। ਸੋ ਇਹ 2 ਵਿਦਿਆਰਥੀਆਂ ਦੇ ਲਈ ਨੂੰ ਵੀ ਪੜ੍ਹਾ ਸਕਦਾ ਅਤੇ ਭਾਵੇਂ ਸਾਹਮਣੇ ਜਿਹੜੇ 200-300 ਸਟੂਡੈਂਟਸ ਬੈਠੇ ਹੋਏ ਨੇ ਉਹਨਾਂ ਨੂੰ ਵੀ ਪੜ੍ਹਾ ਸਕਦਾ। ਜਦੋਂ ਭਾਸ਼ਣ ਵਿਧੀ ਆਪਣੇ ਵਿਚਾਰ ਦੇਣੇ ਆ, ਆਪਾਂ ਨੂੰ ਉਸ ਟੌਪਿਕ ਦੇ ਬਾਰੇ ਦੱਸਣਾ ਤਾਂ ਸਾਰੇ ਬੱਚਿਆਂ ਦੇ ਲਈ ਵੀ ਜਿਹੜਾ ਉਹ ਹੈਲਪਫੁਲ ਹੈ ਉਹ ਰਹੇਗਾ। ਸੋ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਵਿੱਚ ਬਹੁਤ ਹੀ ਜ਼ਿਆਦਾ ਸਹਾਇਕ ਹੈ, ਉਹਨਾਂ ਨੂੰ ਗਿਆਨ ਦੇਣ ਦੇ ਵਿੱਚ। 12 ਨੰਬਰ 'ਤੇ ਜੀ, ਵਿਸ਼ਿਆਂ ਦੇ ਨਾਲ ਸਹਿ ਸੰਬੰਧ। ਜਦੋਂ ਵੀ ਇੱਕ ਟੀਚਰ ਲੈਕਚਰ ਵਿਧੀ ਦੀ ਵਰਤੋਂ ਕਰਦਾ ਤਾਂ ਵਿਸ਼ਿਆਂ ਦੇ ਨਾਲ ਸਹਿ ਸੰਬੰਧ ਕਰਕੇ ਜਿਹੜਾ ਹੈ ਉਹ ਨੌਲੇਜ ਉਹ ਦਿੰਦਾ ਹੈ। ਹੋ ਸਕਦਾ ਉਹਦੇ ਦੁਆਰਾ ਦਿੱਤੀ ਗਈ ਲੈਕਚਰ ਵਿਧੀ ਦੇ ਰਾਹੀਂ ਸਮਝਾਈ ਗਿਆ ਕੁਝ ਟੌਪਿਕ ਦੂਸਰੇ ਸਬਜੈਕਟ ਦੇ ਵਿੱਚ ਵੀ ਜਿਹੜਾ ਕੰਮ ਹੈ ਉਹ ਆਵੇ ਹੈ ਨਾ। ਸੋ ਇਸ ਕਰਕੇ ਵਿਸ਼ਿਆਂ ਦੇ ਨਾਲ ਸਹਿ ਸੰਬੰਧ ਨਾਲ ਸੰਬੰਧਿਤ ਵੀ ਹੈ ਜੀ ਭਾਸ਼ਣ ਵਿਧੀ। 13 ਨੰਬਰ 'ਤੇ ਆ ਜੀ, ਲੀਡਰਸ਼ਿਪ ਦੇ ਗੁਣ ਪੈਦਾ ਕਰਨ ਦੇ ਵਿੱਚ ਸਹਾਈ। ਬਿਲਕੁਲ ਜੀ, ਜੇਕਰ ਇੱਕ ਟੀਚਰ ਕਲਾਸ ਦੇ ਵਿੱਚ ਪੂਰੇ ਕੌਨਫੀਡੈਂਸ ਦੇ ਨਾਲ ਪੜ੍ਹਾ ਰਿਹਾ ਹੈ ਨਾ, ਬੱਚੇ ਨੂੰ ਨੌਲੇਜ ਦੇ ਰਿਹਾ ਉਸ ਟੌਪਿਕ 'ਤੇ, ਤਾਂ ਸਾਹਮਣੇ ਬੈਠੇ ਬੱਚੇ ਵੀ ਉਸ ਟੀਚਰ ਨੂੰ ਜਿਹੜਾ ਅਬਜ਼ਰਵ ਹੈ ਉਹ ਕਰਨਗੇ, ਤਾਂ ਉਹਨਾਂ ਦੇ ਵਿੱਚ ਵੀ ਅਜਿਹੇ ਗੁਣ ਪੈਦਾ ਹੋਣਗੇ ਕਿ ਅਸੀਂ ਵੀ ਜਿਹੜਾ ਕਲਾਸ ਦੇ ਵਿੱਚ ਅਸੀਂ ਵੀ ਜਿਹੜਾ ਇੱਦਾਂ ਜਿਹੜਾ ਮਤਲਬ ਕਿ ਪੜ੍ਹਾਈਏ ਹੈ ਨਾ।
ਕਿਤੇ ਨਾ ਕਿਤੇ ਕੁਝ ਬੱਚੇ ਬਹੁਤ ਅਬਜ਼ਰਵਰ ਹੁੰਦੇ ਆ, ਜਿਵੇਂ ਕਿ ਉਹਨੇ ਟੀਚਰ ਨੂੰ ਦੇਖਿਆ ਤਾਂ ਉਹ ਚਾਹੂਗਾ ਕਿ ਮੇਰੇ ਵਿੱਚ ਵੀ ਇੰਨਾ ਜਿਹੜਾ ਕੌਨਫੀਡੈਂਸ ਹੈ ਉਹ ਆਵੇ, ਮੈਂ ਵੀ ਜਿਹੜੀ ਨੌਲੇਜ ਆ ਮੇਰੇ 'ਚ ਵੀ ਆਵੇ ਤਾਂ ਮੈਂ ਵੀ ਬੋਲ ਸਕਾਂ, ਹੈ ਨਾ। ਕਿਉਂਕਿ ਲੀਡਰਸ਼ਿਪ ਦਾ ਸਭ ਤੋਂ ਜ਼ਿਆਦਾ ਜਿਹੜਾ ਗੁਣ ਹੈ ਕਿ ਇੱਕ ਤਾਂ ਹੁੰਦੀ ਨੌਲੇਜ, ਇੱਕ ਲਗਾ ਲਓ ਹੁੰਦਾ ਕੌਨਫੀਡੈਂਸ, ਹੈ ਨਾ। ਸੋ ਜੇਕਰ ਉਹ ਬੋਲੂਗਾ, ਆਪਣੇ ਵਿਚਾਰ ਦੱਸੂਗਾ, ਫਿਰ ਦੂਸਰੇ ਲੋਕ ਉਹਦੇ ਤੋਂ ਪ੍ਰਭਾਵਿਤ ਹੋਣਗੇ ਨਾ। ਸੋ ਇਸ ਕਰਕੇ ਜਿਹੜਾ ਇੱਕ ਜਿਹੜਾ ਟੀਚਰ ਹੈ ਉਹ ਇੱਕ ਲਗਾ ਲਓ ਸਟੂਡੈਂਟ ਦੇ ਲਈ ਇੱਕ ਜਿਹੜਾ ਇਹ ਕੰਮ ਕਰਦਾ ਹੈ ਕਿ ਉਹਦੇ ਵਿੱਚ ਜਿਹੜੇ ਲੀਡਰਸ਼ਿਪ ਦੇ ਜਿਹੜੇ ਗੁਣ ਹੈ ਉਹ ਪੈਦਾ ਹੋ ਸਕਣ, ਹੈ ਨਾ। ਲੀਡਰਸ਼ਿਪ ਦੇ ਗੁਣ ਪੈਦਾ ਹੋ ਸਕਣ। ਜੇਕਰ ਟੀਚਰ ਦੇ ਵਿੱਚ ਲੀਡਰਸ਼ਿਪ ਵਾਲੇ ਗੁਣ ਆ ਤਾਂ ਫਿਰ ਵਿਦਿਆਰਥੀ ਦੇ ਵਿੱਚ ਵੀ ਜਿਹੜੇ ਲੀਡਰਸ਼ਿਪ ਦੇ ਜਿਹੜੇ ਗੁਣ ਹੈ ਉਹ ਪੈਦਾ ਹੋਣਗੇ। ਮਤਲਬ ਅਗਵਾਈ ਲਗਾ ਲਓ, ਮੇਰੇ ਮਾਈਂਡ ਦੇ ਵਿੱਚ ਆ ਨਹੀਂ ਸੀ ਰਿਹਾ ਵਰਡ, ਅਗਵਾਈ ਲਗਾ ਲਓ। ਇੱਕ ਟੀਚਰ ਅਗਵਾਈ ਕਰਦਾ ਨਾ, ਗਾਈਡੈਂਸ ਲਗਾ ਲਓ, ਗਾਈਡੈਂਸ ਦਿੰਦਾ ਹੈ ਨਾ, ਮਿਲਦੀ ਹੈ ਇੱਕ ਜਿਹੜੀ ਸਟੂਡੈਂਟ ਨੂੰ। ਸੋ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਦੇ ਵਿੱਚ ਜਿਹੜਾ ਸਹਾਇਕ ਹੈ ਜੀ ਲੈਕਚਰ ਵਿਧੀ, ਭਾਸ਼ਣ ਵਿਧੀ। ਨੈਕਸਟ ਆ ਜਾਓ ਜੀ 40 ਨੰਬਰ 'ਤੇ, ਦਿਲਚਸਪ ਢੰਗ ਨਾਲ ਜਾਣਕਾਰੀ ਦੇਣ ਦੇ ਵਿੱਚ ਸਹਾਇਕ। ਬਿਲਕੁਲ ਜੀ, ਦਿਲਚਸਪ ਢੰਗ ਦੇ ਨਾਲ ਜਾਣਕਾਰੀ ਦੇਣ ਵਿੱਚ ਸਹਾਇਕ ਹੈ ਜੀ ਇਹ ਭਾਸ਼ਣ ਵਿਧੀ। ਕਿਉਂਕਿ ਜਿਹੜਾ ਟੀਚਰ ਇਹ ਨਹੀਂ ਹੈਗਾ ਕਿ ਉਹ ਕਲਾਸ ਦੇ ਵਿੱਚ ਗਿਆ ਅਤੇ ਬਸ ਬੋਲੀ ਜਾ ਰਿਹਾ, ਕੰਟੀਨਿਊ ਬੋਲੀ ਜਾ ਰਿਹਾ, ਹੈ ਨਾ। ਬੱਚੇ ਚੁੱਪ ਕਰਕੇ ਬੈਠੇ ਨੇ, ਬਸ ਸੁਣੀ ਜਾ ਰਿਹਾ, ਬੋਰ ਹੋ ਰਿਹਾ, ਇੱਦਾਂ ਨਹੀਂ। ਭਾਸ਼ਣ ਵਿਧੀ ਦੇ ਵਿੱਚ ਕੀ ਹੈ, ਇੰਟਰਸਟਿੰਗ ਵੀ ਹੋਣੀ ਚਾਹੀਦੀ ਹੈ ਭਾਸ਼ਣ ਵਿਧੀ। ਸੋ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਉਹ ਵੀ ਆਪਾਂ ਨੈਕਸਟ ਕਰਨਾ ਹੈ। ਸੋ ਮਤਲਬ ਕਿ ਦਿਲਚਸਪ ਢੰਗ ਨਾਲ ਜਾਣਕਾਰੀ ਦੇਣ ਦੇ ਵਿੱਚ ਸਹਾਈ ਉਹਦੇ ਵਿੱਚ ਹੋ ਸਕਦਾ ਅਧਿਆਪਕ ਜਿਹੜੀਆਂ ਕੁਝ ਗੱਲਾਂ ਇੱਦਾਂ ਵੀ ਕਰਦੇ ਕਿ ਸਾਰੇ ਜਿਹੜੇ ਬੱਚੇ ਉਹ ਹੱਸਣ ਲੱਗ ਜਾਣ, ਹੈ ਨਾ। ਹਾਸੇ ਮਖੌਲ ਵਾਲੀਆਂ ਗੱਲਾਂ ਵੀ ਕਰਨੀਆਂ ਚਾਹੀਦੀਆਂ, ਪ੍ਰਸ਼ਨ ਵੀ ਪੁੱਛਣੇ ਚਾਹੀਦੇ ਆ। ਮਤਲਬ ਭਾਸ਼ਣ ਇੱਦਾਂ ਦਾ ਹੋਣਾ ਚਾਹੀਦਾ ਕਿ ਇੰਟਰਸਟਿੰਗ ਹੋਵੇ, ਹੈ ਨਾ। ਇਹ ਨਾ ਹੋਵੇ ਕਿ ਵਿਦਿਆਰਥੀ ਬੋਰ ਹੀ ਹੋ ਜਾਣ ਅਤੇ ਉਹਨਾਂ ਦਾ ਦਿਲ ਹੀ ਨਾ ਕਰੇ ਸੁਣਨ ਨੂੰ, ਹੈ ਨਾ, ਟੀਚਰ ਨੂੰ। ਇੱਦਾਂ ਨਹੀਂ ਹੋਣਾ ਚਾਹੀਦਾ। ਭਾਸ਼ਣ ਅਜਿਹਾ ਹੋਣਾ ਚਾਹੀਦਾ ਕਿ ਬੱਚੇ ਬਹੁਤ ਹੀ ਇੰਟਰਸਟ ਲੈ ਕੇ ਉਹਨਾਂ ਚੀਜ਼ਾਂ ਨੂੰ ਜਿਹੜਾ ਸੁਣਨ। ਠੀਕ ਹੈ। ਨੈਕਸਟ ਆ ਜਾਓ ਜੀ 50 ਨੰਬਰ 'ਤੇ, ਅਧਿਆਪਨ ਲਈ ਗਿਆਨ ਪ੍ਰਦਾਨ ਕਰਵਾਉਣ ਦੇ ਲਈ ਆਸਾਨ ਵਿਧੀ। ਇਹ ਪਹਿਲਾਂ ਵੀ ਹੋ ਚੁੱਕੀ ਹੈ ਨਾ ਟੌਪਿਕ, ਇਹ ਜਿਹੜਾ ਪੁਆਇੰਟ ਹੈ। ਸੋ ਸੌਖਾ ਅਧਿਆਪਨ ਢੰਗ, ਹਾਂਜੀ। ਅਧਿਆਪਕ ਲਈ ਗਿਆਨ ਪ੍ਰਦਾਨ ਕਰਵਾਉਣ ਦੀ ਸਭ ਤੋਂ ਜਿਹੜੀ ਆਸਾਨ ਵਿਧੀ ਹੈ ਜੀ ਲੈਕਚਰ ਵਿਧੀ, ਭਾਸ਼ਣ ਵਿਧੀ ਜਾਂ ਵਿਆਖਿਆਨ ਵਿਧੀ। ਸੋ ਆ ਜਾਓ ਜੀ, ਹੁਣ ਗੁਣ ਕੀਤੇ ਸੀ, ਹੁਣ ਆਪਾਂ ਇਹਦੇ ਔਗੁਣ ਵੀ ਕਰਾਂਗੇ। ਸੋ ਕੋਈ ਵੀ ਮੈਥਡ ਹੈ ਤਾਂ ਉਹਦੇ ਜਿਹੜੇ ਆ ਬੈਨੀਫਿਟਸ ਵੀ ਆ, ਉਹਦੇ ਗੁਣ ਵੀ ਨੇ, ਪਰ ਉਹਦੀਆਂ ਮੈਰਿਟਸ ਵੀ ਨੇ, ਪਰ ਉਹਦੀਆਂ ਡੀਮੈਰਿਟਸ ਵੀ ਹੈਗੀਆਂ ਨੇ। ਹੁਣ ਆਪਾਂ ਉਹਦੇ ਦੋਸ਼ ਤੇ ਔਗਣ ਕਰਦੇ ਹਾਂ। ਆ ਜਾਓ ਜੀ, ਫਸਟ ਹੈ ਜੀ ਸੁਸਤ ਵਿਦਿਆਰਥੀਆਂ ਲਈ ਸਹੀ ਨਹੀਂ। ਸੋ ਕੁਝ ਵਿਦਿਆਰਥੀ ਕੀ ਹੁੰਦੇ ਆ ਕਲਾਸ ਦੇ ਵਿੱਚ ਜਿਹੜੇ ਸੁਸਤ ਹੁੰਦੇ ਨੇ, ਹੈ ਨਾ। ਉਹਨਾਂ ਨੂੰ ਬਹੁਤ ਬੋਝ ਲੱਗਦਾ ਜਦੋਂ ਇੱਕ ਟੀਚਰ ਹੈ ਕਲਾਸ ਦੇ ਵਿੱਚ ਭਾਸ਼ਣ ਵਿਧੀ ਰਾਹੀਂ ਪੜ੍ਹਾ ਰਿਹਾ, ਤਾਂ ਉਹ ਜਿਹੜਾ ਬੱਚੇ ਨੂੰ ਜਿਹੜਾ ਬੋਝ ਲੱਗਦਾ ਹੈ ਨਾ ਆਪਣੇ ਉੱਪਰ, ਹੈ ਨਾ। ਸੋ ਸੁਸਤ ਵਿਦਿਆਰਥੀ ਜਿਹੜੇ ਇੱਦਾਂ ਦੇ ਵਿਦਿਆਰਥੀ ਹੁੰਦੇ ਨੇ, ਉਹਨਾਂ ਦੇ ਲਈ ਜਿਹੜੀ ਭਾਸ਼ਣ ਵਿਧੀ ਹੈ ਸਹੀ ਨਹੀਂ ਹੋ ਸਕਦੀ। ਆ ਜਾਓ ਅੱਗੇ। ਸੈਕਿੰਡ ਹੈ ਜੀ ਵਿਦਿਆਰਥੀ ਦੀ ਭਟਕਣ ਦੀ ਸੰਭਾਵਨਾ। ਸੋ ਇਹਦੇ ਨਾਲ ਕੀ ਹੈ, ਵਿਦਿਆਰਥੀਆਂ ਦੇ ਜਿਹੜੀ ਭਟਕਣ ਦੀ ਜਿਹੜੀ ਸੰਭਾਵਨਾ ਉਹ ਪੈਦਾ ਹੋ ਜਾਂਦੀ ਹੈ। ਕਈ ਵਾਰੀ ਉਹ ਟੀਚਰ ਜੋ ਪੜ੍ਹਾ ਰਿਹਾ ਹੈ ਉਹ ਉਹਦੀਆਂ ਗੱਲਾਂ ਨੂੰ ਕੁਝ ਹੋਰ ਵੇ ਦੇ ਨਾਲ ਲੈ ਜਾਂਦੇ ਨੇ, ਹੈ ਨਾ। ਸੋ ਇਸ ਕਰਕੇ ਜਿਹੜਾ ਇਹ ਕਈ ਵਾਰੀ ਜਿਹੜਾ ਵਿਦਿਆਰਥੀ ਦੀ ਜਿਹੜੀ ਭਟਕਣ ਦੀ ਜਿਹੜੀ ਸੰਭਾਵਨਾ ਹੈ ਉਹ ਹੋ ਜਾਂਦੀ ਹੈ, ਉਹ ਵਿਸ਼ੇ ਤੋਂ ਵੀ ਭਟਕ ਜਾਂਦੇ ਨੇ, ਹੈ ਨਾ। ਜੇਕਰ ਟੀਚਰ ਨੇ ਉਹ ਸਮਝਾ ਰਿਹਾ ਤਾਂ ਉਹਨੇ ਕੋਈ ਗੱਲ ਕਰਦੀ ਤਾਂ ਕਿ ਵੀ ਉਹਨੇ ਕੁਝ ਪਿਛਲੀ ਗੱਲ ਸੁਣੀ ਨਹੀਂ, ਅਗਲੀ ਸੁਣ ਲਈ ਹੈ, ਤਾਂ ਉਹ ਭਟਕ ਜਾਂਦੇ ਆ ਕਿ ਟੀਚਰ ਹੁਣ ਕੀ ਕਰਵਾ ਰਿਹਾ, ਕੀ ਸਮਝਾ ਰਿਹਾ, ਹੈ ਨਾ। ਜਾਂ ਪਹਿਲੇ ਜਿਹੜੇ ਸਟਾਰਟ ਜਦੋਂ ਟੀਚਰ ਨੇ ਕੀਤਾ ਸੁਣਿਆ ਹੀ ਨਹੀਂ, ਵਿਦਿਆਰਥੀ ਨੇ ਇਗਨੋਰ ਕੀਤਾ ਅਤੇ ਬਾਅਦ ਵਿੱਚ ਸੁਣਿਆ ਤਾਂ ਉਹਨੂੰ ਜਿਹੜੀ ਸਮਝ ਹੀ ਨਹੀਂ ਲੱਗੇਗੀ। ਸੋ ਵਿਦਿਆਰਥੀ ਦੀ ਜਿਹੜੀ ਭਟਕਣ ਦੀ ਜਿਹੜੀ ਸੰਭਾਵਨਾ ਉਹ ਵੀ ਇਸ ਵਿਧੀ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਥਰਡ ਨੰਬਰ 'ਤੇ ਆ ਜਾਓ ਜੀ, ਅਧਿਆਪਨ ਸਿੱਖਿਆ ਪ੍ਰਕਿਰਿਆ ਦੇ ਲਈ ਸਹੀ ਨਹੀਂ। ਸੋ ਅਧਿਆਪਨ ਸਿੱਖਿਆ ਪ੍ਰਕਿਰਿਆ ਦੇ ਲਈ ਸਹੀ ਨਹੀਂ ਮਤਲਬ ਕਿ ਇੱਕ ਜਿਹੜਾ ਜਿਹਨੇ ਟੀਚਰ ਬਣਨਾ ਹੈ ਜੀ, ਹੈ ਨਾ, ਉਹ ਟੀਚਿੰਗ ਸਕਿੱਲਸ ਸਿੱਖ ਰਿਹਾ ਹੈ, ਉਹ ਮੈਥਡ ਸਿੱਖ ਰਿਹਾ ਹੈ ਨਾ, ਉਹ ਟੀਚਿੰਗ ਦੇ। ਸੋ ਅਧਿਆਪਨ ਸਿੱਖਿਆ ਪ੍ਰਕਿਰਿਆ ਦੇ ਲਈ ਇਹ ਜਿਹੜੀ ਪ੍ਰਕਿਰਿਆ ਹੈ ਉਹ ਸਹੀ ਨਹੀਂ ਹੈਗੀ। ਸੋ ਬਹੁਤ ਸਾਰੇ ਜਿਹੜੇ ਸਕਿੱਲਸ ਹੈ ਉਹ ਵਿਦਿਆਰਥੀ ਅਧਿਆਪਕ ਨੂੰ ਸਿਖਾਏ ਜਾਣੇ ਚਾਹੀਦੇ ਨੇ। ਸੋ ਜਿਹੜਾ ਭਾਸ਼ਣ ਵਿਧੀ ਹੈ ਇਹ ਬਾਅਦ ਦੇ ਵਿੱਚ ਆਉਂਦਾ। ਸੋ ਅਧਿਆਪਨ ਸਿੱਖਿਆ ਪ੍ਰਕਿਰਿਆ ਦੇ ਲਈ ਸਹੀ ਨਹੀਂ ਹੈ। ਆ ਜਾਓਗੇ 4 ਨੰਬਰ 'ਤੇ, ਸਿੱਖਣ ਜਾਂ ਸਿਖਾਉਣ ਦਾ ਕੁਦਰਤੀ ਤਰੀਕਾ ਨਹੀਂ। ਜੇਕਰ ਗੱਲ ਕਰੀਏ ਤਾਂ ਸਿੱਖਣ ਸਿਖਾਉਣ ਦਾ ਕੁਦਰਤੀ ਤਰੀਕਾ ਨਹੀਂ ਹੈਗਾ, ਹੈ ਨਾ। ਇਹ ਨੈਚੁਰਲ ਮੈਥਡ ਨਹੀਂ ਹੈਗਾ ਸਿੱਖਣ ਸਿਖਾਉਣ ਦਾ। ਇਹ ਕੀ ਹੁੰਦਾ, ਇੱਕ ਟੀਚਰ ਹੈ ਉਹ ਪ੍ਰਪੇਅਰ ਕਰਦਾ ਜੀ ਪਹਿਲਾਂ ਆਪਣਾ ਲੈਕਚਰ ਕੀ ਪੜ੍ਹਾਉਣਾ ਕਲਾਸ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਹੈ ਉਹ ਕਲਾਸ ਦੇ ਵਿੱਚ ਉਹ ਟੌਪਿਕ 'ਤੇ ਜਿਹੜਾ ਪੜ੍ਹਾ ਦਿੰਦਾ। ਬਟ ਕੋਈ ਵੀ ਜਿਹੜੀਆਂ ਕੁਦਰਤੀ ਮੈਥਡ ਦਾ ਇਹਦੇ ਵਿੱਚ ਜਿਹੜਾ ਪ੍ਰਯੋਗ ਨਹੀਂ ਹੁੰਦਾ। ਇਹ ਸੋਚਿਆ ਸਮਝਿਆ ਇੱਕ ਜਿਹੜਾ ਵਿਧੀ ਹੈਗੀ ਹੈ।
ਆ ਜਾਓ ਨੈਕਸਟ ਅਧਿਆਪਕ ਦੇ ਬੋਝ 5 ਨੰਬਰ ਤੇ। ਅਧਿਆਪਕ ਦੇ ਬਿਲਕੁਲ ਜੀ ਬਹੁਤ ਜ਼ਿਆਦਾ ਬੋਝ ਹੈ, ਕਿਉਂਕਿ ਉਹਨੂੰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਉਹਨੂੰ ਜਿਹੜੀਆਂ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ, ਉਹਨੂੰ ਕਲਾਸ ਦੇ ਵਿੱਚ ਲੈਕਚਰ ਦੇਣ ਤੋਂ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ, ਕੀ ਕੁਛ ਉਹਨੇ ਪੜ੍ਹਾਉਣਾ ਹੈ, ਕਿਹੜਾ ਟੌਪਿਕ ਉਹਨੇ ਕਵਰ ਕਰਵਾਉਣਾ ਹੈ। ਸੋ ਇੱਕ ਪ੍ਰਕਾਰ ਦਾ ਜਿਹੜਾ ਇਹ ਅਧਿਆਪਕ ਤੇ ਜਿਹੜਾ ਬੋਝ ਹੁੰਦਾ ਬਹੁਤ ਵੱਡਾ, ਕਿ ਉਹ ਵਿਦਿਆਰਥੀ ਨੂੰ ਸਹੀ ਜਿਹੜੀ ਨੌਲੇਜ ਆ ਉਹ ਕਲਾਸ ਦੇ ਵਿੱਚ ਦੇ ਸਕੇ। ਤਾਂ ਉਸ ਤੋਂ ਪਹਿਲਾਂ ਜਿਹੜੀ ਤਿਆਰੀ ਹੈ ਇੱਕ ਅਧਿਆਪਕ ਦੇ ਵੱਲੋਂ ਜਿਹੜੀ ਕੀਤੀ ਜਾਂਦੀ ਹੈ, ਇਸ ਕਰਕੇ ਅਧਿਆਪਕ ਦੇ ਇਹ ਬੋਝ ਹੈ ਜੀ। ਭਾਸ਼ਣ ਦੇ ਵਿੱਚ ਸੱਸੇ ਪੈਰ ਦੇ ਵਿੱਚ ਬਿੰਦੀ ਪਾ ਲਓ ਜੀ, ਮੈਨੂੰ ਲੱਗਦਾ ਹੈ ਮਿਸ ਹੋ ਗਈ ਬਿੰਦੀ ਪਾ ਲਓ। ਭਾਸ਼ਣ ਵਿਧੀ ਤੇ ਸੱਸੇ ਪੈਰ ਬਿੰਦੀ ਆਊਗੀ ਜੀ। ਸੋ ਬਾਕੀ ਵੀ ਪਤਾ ਨਹੀਂ, ਹਾਂਜੀ ਪਾਇਆ ਹੋਇਆ ਕੁਝ ਤੇ ਕੁਝ ਜਿਨ੍ਹਾਂ ਦੇ ਮਿਸ ਆ ਉੱਥੇ ਜਿਹੜਾ ਪਾ ਲਓ। ਵੈਸੇ ਪਾਈ ਹੋਈ ਸੀ ਤਾਂ ਉਹ ਥੱਲੇ ਆਉਣ ਕਰਕੇ ਤਾਂ ਉਹ ਮਿਟ ਗਿਆ। ਕਿੱਥੇ ਆ ਗਏ ਸੀ ਆਪਾਂ ਜੀ? ਹਾਂਜੀ 6 ਨੰਬਰ ਤੇ ਜੀ, ਸਭ ਵਿਦਿਆਰਥੀਆਂ ਨੂੰ ਗਿਆਨ ਪ੍ਰਦਾਨ ਕਰਾਉਣ ਵਿੱਚ ਸਹਾਇਕ ਨਹੀਂ। ਜੇਕਰ ਇਸ ਵਿਧੀ ਦੀ ਗੱਲ ਕਰੀਏ, ਭਾਸ਼ਣ ਵਿਧੀ ਲੈਕਚਰ ਮੈਥਡ ਦੀ, ਤਾਂ ਇਹ ਸਾਰੇ ਵਿਦਿਆਰਥੀਆਂ ਨੂੰ ਗਿਆਨ ਪ੍ਰਦਾਨ ਕਰਵਾਉਣ ਦੇ ਵਿੱਚ ਸਹਾਇਕ ਨਹੀਂ ਹੈ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਵਿਭਿੰਨਤਾਵਾਂ ਨੇ ਉਹ ਪਾਈਆਂ ਜਾਂਦੀਆਂ ਨੇ। ਕੋਈ ਵੀ ਜਿਹੜਾ ਸਾਰੇ ਵਿਦਿਆਰਥੀ ਇੱਕੋ ਜਿਹੇ ਨਹੀਂ ਹੁੰਦੇ, ਉਹਨਾਂ ਦਾ IQ ਲੈਵਲ ਵੀ ਇੱਕੋ ਜਿਹਾ ਨਹੀਂ ਹੁੰਦਾ, ਉਹਨਾਂ ਦੀ ਜਿਹੜੀ ਥਿੰਕਿੰਗ ਵੀ ਇੱਕੋ ਜਿਹੀ ਨਹੀਂ ਹੋਵੇਗੀ, ਹੈ ਨਾ। ਉਹਨਾਂ ਦਾ ਜਿਹੜਾ ਹੁਨਰ ਸੁਣਨ ਦਾ ਪੱਧਰ ਉਹ ਵੀ ਇੱਕੋ ਜਿਹਾ ਨਹੀਂ ਹੋਵੇਗਾ। ਕੁਝ ਬੱਚੇ ਸ਼ਰਾਰਤੀ ਹੋਣਗੇ, ਕੁਝ ਜਿਹੜੇ ਸੀਰੀਅਸ ਹੋਣਗੇ, ਹੈ ਨਾ। ਸੋ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਵਿਦਿਆਰਥੀ ਉਹ ਕਲਾਸ ਦੇ ਵਿੱਚ ਹੁੰਦੇ ਨੇ। ਇਸ ਕਰਕੇ ਜਿਹੜਾ ਭਾਸ਼ਣ ਵਿਧੀ ਰਾਹੀਂ ਸਭ ਨੂੰ ਜਿਹੜਾ ਗਿਆਨ ਹੈ ਉਹ ਨਹੀਂ ਦਿੱਤਾ ਜਾ ਸਕਦਾ, ਹੈ ਨਾ। ਸਾਰੇ ਵਿਦਿਆਰਥੀਆਂ ਨੂੰ ਜਿਹੜਾ ਗਿਆਨ ਪ੍ਰਦਾਨ ਕਰਵਾਉਣ ਦੇ ਵਿੱਚ ਸਹਾਇਕ ਨਹੀਂ ਹੈ। ਹੋ ਸਕਦਾ ਕੁਝ ਵਿਦਿਆਰਥੀਆਂ ਲਈ ਤਾਂ 100% ਉਹ ਬੈਨੀਫੀਸ਼ੀਅਲ ਰਹਿ ਜੇ, ਉਹ ਲੈਕਚਰ ਜੋ ਟੀਚਰ ਨੇ ਦਿੱਤਾ ਹੋਊਗਾ ਕਲਾਸ ਦੇ ਵਿੱਚ, ਤੇ ਬਾਕੀਆਂ ਦੇ ਲਈ ਨਾ ਹੋਵੇ, ਠੀਕ ਹੈ। ਸੋ ਕੁਝ ਦੇ ਲਈ ਹੋਵੇ, ਕੁਝ ਦੇ ਲਈ 70% ਹੋਵੇ, ਕੁਝ ਦੇ ਲਈ 60 ਹੋਵੇ, ਹੈ ਨਾ। ਅਲੱਗ-ਅਲੱਗ ਤਰੀਕੇ ਦੇ ਨਾਲ ਜਿਹੜਾ ਹਰ ਇੱਕ ਜਿਹੜਾ ਵਿਦਿਆਰਥੀ ਹੈ ਉਹ ਜਿਹੜਾ ਸਮਝਦਾ ਉਸ ਚੀਜ਼ ਨੂੰ। ਆ ਜਾਓ ਜੀ ਅੱਗੇ 7 ਨੰਬਰ ਤੇ ਜੀ, ਛੋਟੀਆਂ ਕਲਾਸਾਂ ਜਾਂ ਛੋਟੇ ਵਿਦਿਆਰਥੀਆਂ ਲਈ ਢੁਕਵੀਂ ਵਿਧੀ ਨਹੀਂ। ਜੇਕਰ ਇਸ ਵਿਧੀ ਦੀ ਗੱਲ ਕਰੀਏ ਤਾਂ ਛੋਟੀਆਂ ਕਲਾਸਾਂ ਜਾਂ ਛੋਟੇ ਵਿਦਿਆਰਥੀਆਂ ਦੇ ਲਈ ਢੁਕਵੀਂ ਵਿਧੀ ਨਹੀਂ ਹੈਗੀ, ਠੀਕ ਹੈ। ਬਿਲਕੁਲ ਵੀ ਢੁਕਵੀਂ ਨਹੀਂ ਹੈ ਜੀ ਇਹ ਛੋਟੀਆਂ ਕਲਾਸਾਂ ਜਾਂ ਛੋਟੇ ਵਿਦਿਆਰਥੀਆਂ ਲਈ ਇਹ ਢੁਕਵੀਂ ਵਿਧੀ ਨਹੀਂ ਹੈਗੀ। ਕਿਉਂ ਨਹੀਂ ਹੈ ਜੀ ਢੁਕਵੀਂ ਵਿਧੀ? ਕਿਉਂਕਿ ਛੋਟੇ ਵਿਦਿਆਰਥੀਆਂ ਨੂੰ ਆਪਾਂ ਲਗਾਤਾਰ ਜਿਹੜਾ ਭਾਸ਼ਣ ਦੇ ਕੇ ਆਪਾਂ ਨਹੀਂ ਸਮਝਾ ਸਕਦੇ। ਛੋਟੇ ਵਿਦਿਆਰਥੀਆਂ ਨੂੰ ਆਪਾਂ ਜਿਹੜਾ ਸੌਖੇ ਤਰੀਕੇ ਦੇ ਨਾਲ ਮਤਲਬ ਕਿ ਉਸ ਲੈਵਲ ਦੇ ਆਪਾਂ ਬਣ ਕੇ ਜਿਹੜਾ ਸਿਖਾਵਾਂਗੇ, ਹੈ ਨਾ, ਵਿਦਿਆਰਥੀਆਂ ਨੂੰ। ਸੋ ਛੋਟੇ ਕਲਾਸਾਂ ਜਾਂ ਛੋਟੇ ਵਿਦਿਆਰਥੀਆਂ ਦੇ ਲਈ ਇਹ ਜਿਹੜੀ ਢੁਕਵੀਂ ਵਿਧੀ ਆ ਇਹ ਨਹੀਂ ਹੈਗੀ। ਸੋ ਨੈਕਸਟ ਆ ਜਾਓ ਜੀ, ਵੱਡੇ ਵਿਦਿਆਰਥੀਆਂ ਲਈ ਤਾਂ ਇਹ ਬਹੁਤ ਜ਼ਿਆਦਾ ਵਧੀਆ ਜੀ ਲੈਕਚਰ ਮੈਥਡ, ਬਟ ਛੋਟਿਆਂ ਦੇ ਲਈ ਨਹੀਂ ਹੈਗੀ। ਆ ਜਾਓ ਅੱਗੇ ਸਮੇਂ ਦੀ ਬਰਬਾਦੀ। ਸੋ ਸਮੇਂ ਦੀ ਬਰਬਾਦੀ ਬਹੁਤ ਹੁੰਦੀ ਹੈ, ਕਿਉਂਕਿ ਜਿਹੜੀ ਨੌਲੇਜ ਹੈ ਜੀ ਇਹਦਾ ਕੋਈ ਅੰਤ ਹੀ ਨਹੀਂ ਹੈਗਾ ਗਾ। ਇੰਨੀ ਕੁ ਜ਼ਿਆਦਾ ਨੌਲੇਜ ਹੈ ਕਿ ਤੁਸੀਂ ਸਾਰੀ ਜ਼ਿੰਦਗੀ ਲੱਗੇ ਰਹੋ ਫਿਰ ਵੀ ਇਹ ਨੌਲੇਜ ਜਿਹੜੀ ਖਤਮ ਨਹੀਂ ਹੋਣੀ, ਹੈ ਨਾ। ਸੋ ਸਮੇਂ ਦੀ ਇਹਦੇ ਵਿੱਚ ਜਿਹੜੀ ਬਰਬਾਦੀ ਹੈ, ਜੇਕਰ ਇੱਕ ਟੀਚਰ ਵੀ ਕਲਾਸ ਦੇ ਵਿੱਚ ਵਿਦਿਆਰਥੀ ਨੂੰ ਸਮਝਾਉਂਦਾ ਹੈ ਤਾਂ ਉਹਦੇ ਨਾਲ ਵੀ ਜਿਹੜਾ ਬਹੁਤ ਸਾਰਾ ਜਿਹੜਾ ਸਮਾਂ ਹੈ ਉਹ ਲੱਗ ਜਾਂਦਾ ਹੈ। ਕਈ ਵਾਰੀ ਇੱਕ ਹੀ ਟੌਪਿਕ ਹੈ 10-10 ਦਿਨ ਵੀ ਜਿਹੜਾ ਚੱਲਦਾ ਰਹਿੰਦਾ ਕਲਾਸ ਦੇ ਵਿੱਚ, ਉਹ ਪੂਰਾ ਹੀ ਨਹੀਂ ਹੁੰਦਾ, ਕਿਉਂਕਿ ਨੌਲੇਜ ਹੈ ਉਹਦਾ ਕੋਈ ਅੰਤ ਨਹੀਂ ਹੈਗਾ ਗਾ। ਟੀਚਰ ਇਸ ਗੱਲ ਦਾ ਧਿਆਨ ਰੱਖਦਾ ਕਿ ਉਹਨੂੰ ਬਸ ਵਿਦਿਆਰਥੀ ਨੂੰ ਉਹਦੇ ਲੈਵਲ ਦੇ ਅਨੁਸਾਰ ਅਤੇ ਸਿਲੇਬਸ ਦੇ ਅਨੁਸਾਰ ਜਿਹੜੀ ਨੌਲੇਜ ਹੈ ਉਹ ਪ੍ਰਦਾਨ ਕਰੇ। ਸੋ 9 ਨੰਬਰ 'ਤੇ ਜੀ, ਸਾਰੇ ਅਧਿਆਪਕਾਂ ਵਿੱਚ ਭਾਸ਼ਣ ਦੇਣ ਦਾ ਗੁਣ ਨਹੀਂ ਹੁੰਦਾ। ਜੇਕਰ ਆਪਾਂ ਸਾਰੇ ਟੀਚਰਸ ਦੀ ਗੱਲ ਕਰੀਏ ਤਾਂ ਲੈਕਚਰ ਦੇਣ ਦਾ ਜਿਹੜਾ ਹੈ, ਲੈਕਚਰ ਵਿਧੀ ਦੇ ਰਾਹੀਂ, ਭਾਸ਼ਣ ਵਿਧੀ ਰਾਹੀਂ ਉਹਨੂੰ ਜਿਹੜੀ ਨੌਲੇਜ ਕਲਾਸ ਦੇ ਵਿੱਚ ਵਿਦਿਆਰਥੀਆਂ ਨੂੰ ਦਿੱਤੀ ਜਾ ਸਕੇ। ਸੋ ਸਾਰੇ ਅਧਿਆਪਕਾਂ ਦੇ ਵਿੱਚ ਜਿਹੜਾ ਇਹ ਜਿਹੜਾ ਗੁਣ ਹੈ ਉਹ ਨਹੀਂ ਹੁੰਦਾ। ਕੋਈ ਦੇ ਵਿੱਚ ਤਾਂ ਬਹੁਤ ਜ਼ਿਆਦਾ ਜਿਹੜੇ ਸਕਿੱਲ ਹੋਣਗੇ, ਹੈ ਨਾ, ਬਹੁਤ ਵਧੀਆ ਉਹ ਕਲਾਸ ਦੇ ਵਿੱਚ ਪੜ੍ਹਾ ਲੈਣਗੇ, ਬਟ ਸਾਰਿਆਂ ਦੇ ਵਿੱਚ ਇਹ ਗੁਣ ਨਹੀਂ ਹੁੰਦਾ। 10 ਨੰਬਰ 'ਤੇ ਜੀ, ਵਿਅਕਤੀਗਤ ਅੰਤਰ ਨੂੰ ਧਿਆਨ ਵਿੱਚ ਰੱਖ ਕੇ ਭਾਸ਼ਣ ਸੰਭਵ ਨਹੀਂ। ਸੋ ਵਿਅਕਤੀਗਤ ਅੰਤਰ ਨੂੰ ਜਿਹੜਾ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਭਾਸ਼ਣ ਹੈ ਇਹ ਜਿਹੜਾ ਸੰਭਵ ਹੈ ਉਹ ਨਹੀਂ ਹੈਗਾ, ਹੈ ਨਾ। ਕਿ ਇੱਕ ਟੀਚਰ ਕਲਾਸ ਦੇ ਵਿੱਚ ਗਿਆ ਕਿ ਉਹ ਸਾਰੇ ਬੱਚਿਆਂ ਦਾ ਧਿਆਨ ਰੱਖ ਰਿਹਾ ਕਿ ਇਹਨੂੰ ਇਸ ਤਰੀਕੇ ਨਾਲ ਸਮਝ ਲੱਗੇਗੀ, ਇਹਨੂੰ ਇਸ ਦੇ ਨਾਲ ਸਮਝ ਲੱਗੇਗੀ। ਸੋ ਅਲੱਗ-ਅਲੱਗ ਬੱਚੇ ਨੇ, ਉਹਨਾਂ ਦਾ ਅਲੱਗ-ਅਲੱਗ IQ ਲੈਵਲ ਹੈ, ਉਹਨਾਂ ਦੀ ਅਲੱਗ-ਅਲੱਗ ਸਮਝ ਹੈ ਨਾ। ਕਿਸ ਕੇਸ ਨੂੰ ਧਿਆਨ ਦੇ ਵਿੱਚ ਰੱਖ ਕੇ ਅਧਿਆਪਕ ਉਹ ਭਾਸ਼ਣ ਆਪਦਾ ਰੈਡੀ ਕਰੇਗਾ, ਹੈ ਨਾ। ਤਾਂ ਵਿਅਕਤੀਗਤ ਅੰਤਰ ਨੂੰ ਧਿਆਨ ਵਿੱਚ ਰੱਖ ਕੇ ਜਿਹੜਾ ਭਾਸ਼ਣ ਹੈ ਉਹ ਸੰਭਵ ਨਹੀਂ ਹੋ ਸਕਦਾ। ਇੱਕ ਹੀ ਤਰੀਕੇ ਨਾਲ ਜਿਹੜਾ ਟੀਚਰ ਹੈ ਉਹ ਪੜ੍ਹਾਵੇਗਾ ਅਤੇ ਸਾਰੇ ਵਿਦਿਆਰਥੀਆਂ ਨੂੰ ਸੁਣਨਾ ਪਵੇਗਾ, ਇਸ ਕਰਕੇ ਉਹ ਸਾਰੇ ਵਿਦਿਆਰਥੀਆਂ ਲਈ ਸਹਾਇਕ ਨਹੀਂ ਹੋਵੇਗਾ। ਨੈਕਸਟ ਆ ਜਾਓ ਜੀ 11 ਨੰਬਰ 'ਤੇ ਜੀ, ਵਿਦਿਆਰਥੀ ਸਾਰਾ ਗਿਆਨ ਅਧਿਆਪਕ ਦੇ ਬੋਲਣ 'ਤੇ ਨੋਟ ਨਹੀਂ ਕਰ ਸਕਦੇ। ਜੇਕਰ ਗੱਲ ਕਰੀਏ ਕਿ ਇੱਕ ਜਿਹੜਾ ਵਿਦਿਆਰਥੀ ਹੈ ਉਹ ਟੀਚਰ ਜੋ ਕਲਾਸ ਦੇ ਵਿੱਚ ਪੜ੍ਹਾ ਰਿਹਾ, ਬੋਲ ਰਿਹਾ, ਸਮਝਾ ਰਿਹਾ ਹੈ, ਤਾਂ ਜਿਹੜੇ ਵਿਦਿਆਰਥੀ ਉਹਨਾਂ ਨੂੰ ਜਿਹੜਾ ਨੋਟ ਕਰਨਾ, ਸੋ ਅਜਿਹਾ ਨਹੀਂ ਹੋ ਸਕਦਾ। ਸਾਰੀਆਂ ਗੱਲਾਂ ਕਿਵੇਂ ਨੋਟ ਕਰ ਸਕਦਾ ਇੱਕ ਵਿਦਿਆਰਥੀ, ਹੈ ਨਾ। ਤਾਂ ਇਹਦੇ ਵਿੱਚ ਕੀ ਹੈ ਜੀ,
ਹੋ ਸਕਦਾ ਵਿਦਿਆਰਥੀ ਅਧਿਆਪਕ ਬੋਲ ਰਿਹਾ ਕੁਛ ਤੇ ਵਿਦਿਆਰਥੀ ਉਹਨੂੰ ਨੋਟ ਕਰ ਰਿਹਾ, ਬਟ ਅਧਿਆਪਕ ਅੱਗੋਂ ਹੋਰ ਸਮਝਾਉਣ ਲੱਗ ਗਿਆ, ਵਿਦਿਆਰਥੀ ਦਾ ਪਿਛਲਾ ਜਿਹੜੀ ਉਹ ਲਾਈਨ ਹੈ ਉਹ ਪੂਰੀ ਨਹੀਂ ਹੋਈ, ਫਿਰ ਅਗਲਾ ਤਾਂ ਕੀ ਕੁਛ ਜਿਹੜਾ ਵਿਦਿਆਰਥੀ ਹੈ ਉਹ ਨੋਟ ਕਰੇਗਾ, ਉਹ ਸੰਭਵ ਨਹੀਂ ਹੈ ਉਸਨੂੰ ਨੋਟ ਕਰਨਾ, ਹੈ ਨਾ। ਅੱਗੇ ਆ ਜਾਓ ਜੀ। ਗਿਆਨ ਦੇ ਭੁੱਲਣ ਦੀ ਸੰਭਾਵਨਾ, ਬਿਲਕੁਲ ਜੀ ਗਿਆਨ ਦੇ ਭੁੱਲਣ ਦੀ ਸੰਭਾਵਨਾ ਹੈ। ਇੱਕ ਵਿਦਿਆਰਥੀ ਉਹਨੂੰ ਨਵੀਂ ਆਪਾਂ ਨੌਲੇਜ ਦੇ ਰਹੇ ਹਾਂ, ਉਹ ਸੁਣ ਰਿਹਾ ਕਲਾਸ ਦੇ ਵਿੱਚ, ਉਹ ਬਹੁਤ ਜ਼ਿਆਦਾ ਜਿਹੜੀ ਨੌਲੇਜ ਹੈ ਅਧਿਆਪਕ ਦੇ ਰਿਹਾ, ਤਾਂ ਕੁਝ ਜਿਹੜੀਆਂ ਗੱਲਾਂ ਵਿਦਿਆਰਥੀ ਨੂੰ ਯਾਦ ਰਹਿ ਜਾਣਗੀਆਂ ਤੇ ਕੁਝ ਉਹ ਭੁੱਲ ਜੂਗਾ, ਹੈ ਨਾ। ਹੁਣ ਮੈਂ ਵੀ ਤੁਹਾਨੂੰ ਸਮਝਾ ਰਹੀ ਹਾਂ, ਤੁਸੀਂ ਸਾਰਾ ਕੁਝ ਤਾਂ ਨਹੀਂ ਯਾਦ ਰੱਖੋਗੇ, ਸਿਰਫ ਉਨੀਆਂ ਕੁ ਗੱਲਾਂ ਹੀ ਤੁਹਾਨੂੰ ਮੇਨ ਯਾਦ ਰਹਿ ਜਾਣਗੀਆਂ, ਹੈ ਨਾ। ਸਾਰੇ ਬੱਚਿਆਂ ਦਾ IQ ਲੈਵਲ ਆਪਣਾ ਹੈ, ਕਿਸੇ ਨੂੰ ਬਹੁਤ ਕੁਝ ਯਾਦ ਰਹਿ ਜੂਗਾ, ਕਿਸੇ ਨੂੰ ਥੋੜ੍ਹਾ ਕੁਝ ਯਾਦ ਰਹਿ ਜੂਗਾ, ਹੈ ਨਾ। ਸੋ ਗਿਆਨ ਦੇ ਭੁੱਲਣ ਦੀ ਜਿਹੜੀ ਸੰਭਾਵਨਾ ਹੈ ਉਹ ਹੋਵੇਗੀ ਇੱਕ ਲੈਕਚਰ ਮੈਥਡ ਦੇ ਵਿੱਚ, ਭਾਸ਼ਣ ਵਿਧੀ ਦੇ ਰਾਹੀਂ ਜੇਕਰ ਟੀਚਰ ਹੈ ਉਹ ਟੀਚ ਕਰਦਾ ਹੈ, ਨੌਲੇਜ ਦਿੰਦਾ ਹੈ, ਤਾਂ ਵਿਦਿਆਰਥੀ ਸਾਰਾ ਗਿਆਨ ਨਹੀਂ ਯਾਦ ਰੱਖ ਸਕਦੇ ਕਿ ਜਿਵੇਂ ਅਧਿਆਪਕ ਨੇ ਦੱਸਿਆ ਉੱਦਾਂ ਹੀ ਡਿੱਟੋ ਉਹ ਉਸ ਤਰ੍ਹਾਂ ਦਾ ਹੀ ਉਹ ਯਾਦ ਕਰ ਲੈਣਗੇ, ਤਾਂ ਇੱਦਾਂ ਪੋਸੀਬਲ ਨਹੀਂ ਹੈ। ਆ ਜਾਓਗੇ 30 ਨੰਬਰ 'ਤੇ ਜੀ ਵਿਦਿਆਰਥੀਆਂ ਦੀ ਇੱਕਦਮ ਬੋਝ, ਇਹਦੇ ਨਾਲ ਜਿਹੜਾ ਭਾਸ਼ਣ ਵਿਧੀ ਰਾਹੀਂ ਬਹੁਤ ਜ਼ਿਆਦਾ ਜਿਹੜਾ ਬੋਝ ਹੈ, ਗਿਆਨ ਦਾ ਬੋਝ ਉਹ ਵਿਦਿਆਰਥੀ ਦੇ ਉੱਪਰ ਪੈ ਜਾਂਦਾ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਹੈ ਉਹ ਟੀਚਰ ਜਿਹੜਾ ਬੋਲ ਕੇ ਵਿਦਿਆਰਥੀਆਂ ਨੂੰ ਦੱਸ ਦਿੰਦਾ ਹੈ ਨਾ, ਤਾਂ ਵਿਦਿਆਰਥੀ ਉਹਦੇ 'ਤੇ ਜਿਹੜਾ ਸੋਚਦੇ ਨੇ, ਹੈ ਨਾ, ਇੱਕਦਮ ਉਹ ਕਿਹੜੀ ਚੀਜ਼ ਨੂੰ ਯਾਦ ਰੱਖਣ, ਤਾਂ ਇੱਕਦਮ ਉਹਨਾਂ 'ਤੇ ਜਿਹੜਾ ਗਿਆਨ ਦਾ ਬੋਝ ਹੈ ਉਹ ਪੈਂਦਾ ਹੈ। ਆ ਜਾਓ ਅੱਗੇ 40 ਨੰਬਰ 'ਤੇ ਵਿਦਿਆਰਥੀਆਂ ਦੇ ਸੁਸਤ ਹੋਣ ਦੀ ਸੰਭਾਵਨਾ। ਸੋ ਕਈ ਵਾਰੀ ਕੀ ਹੁੰਦਾ, ਟੀਚਰ ਕਲਾਸ ਦੇ ਵਿੱਚ ਪੜ੍ਹਾਈ ਜਾ ਰਿਹਾ, ਲੈਕਚਰ ਵਿਧੀ ਦੇ ਰਾਹੀਂ ਮੈਥਡ ਦੇ ਰਾਹੀਂ ਉਹ ਬੋਲੀ ਜਾ ਰਿਹਾ ਕੰਟੀਨਿਊ, ਤਾਂ ਵਿਦਿਆਰਥੀ ਜਿਹੜੇ ਉਹ ਬੋਰ ਹੋ ਜਾਣਗੇ, ਜਾਂ ਉਹਦੇ ਜਿਹੜਾ ਭਾਸ਼ਣ ਦੇਣ ਦੀ ਵਿਧੀ, ਉਹਦਾ ਜਿਹੜਾ ਲੈਵਲ ਹੈ ਗਿਆਨ ਦਾ, ਉਹ ਵਿਦਿਆਰਥੀਆਂ ਦੀ ਜਿਹੜੀ ਸਮਝ ਤੋਂ ਬਹੁਤ ਜ਼ਿਆਦਾ ਉੱਪਰ ਹੈ ਨਾ, ਤਾਂ ਉਦੋਂ ਵੀ ਜਿਹੜੇ ਵਿਦਿਆਰਥੀ ਉਹ ਸੁਸਤ ਹੋ ਜਾਣਗੇ। ਕਿਉਂ ਹੋ ਜਾਣਗੇ ਸੁਸਤ? ਕਿਉਂਕਿ ਉਹਨਾਂ ਨੂੰ ਸਮਝ ਹੀ ਨਹੀਂ ਲੱਗੂਗੀ। ਸੋ ਇਸ ਕਰਕੇ ਵਿਦਿਆਰਥੀਆਂ ਦੇ ਸੁਸਤ ਹੋਣ ਦੀ ਜਿਹੜੀ ਸੰਭਾਵਨਾ ਵੀ ਉਹ ਹੁੰਦੀ ਹੈ ਜੀ ਇਹਦੇ ਭਾਸ਼ਣ ਵਿਧੀ ਦੇ ਰਾਹੀਂ। ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਅਧਿਆਪਕ ਨੂੰ, ਆਪਾਂ ਨੈਕਸਟ ਕਰਦੇ ਹਾਂ। 50 ਨੰਬਰ 'ਤੇ ਹੈ ਜੀ, ਸਿਰਫ ਬੋਲ ਕੇ ਭਾਸ਼ਣ ਦੇਣ ਨਾਲ ਹੀ ਪੂਰਾ ਗਿਆਨ ਨਹੀਂ ਦਿੱਤਾ ਜਾਂਦਾ। ਸਿਰਫ ਆਪਾਂ ਬੋਲ ਕੇ ਹੀ ਆਖੀਏ ਕਿ ਸਾਰਾ ਜਿਹੜਾ ਗਿਆਨ ਹੈ, ਨੌਲੇਜ ਹੈ ਉਹ ਦੇ ਦਈਏ, ਦਿੱਤੀ ਜਾ ਸਕਦੀ ਹੈ ਵਿਦਿਆਰਥੀ ਨੂੰ, ਅਜਿਹਾ ਨਹੀਂ ਹੈ। ਸੋ ਜਿਹੜੀ ਨੌਲੇਜ ਹੈ ਵਿਦਿਆਰਥੀਆਂ ਨੂੰ ਜੀ ਉਹ ਮਿਲਦੀ ਹੈ ਜੀ ਬੁੱਕਸ ਤੋਂ, ਠੀਕ ਹੈ, ਲੈਕਚਰ ਮੈਥਡ ਤੋਂ ਲਗਾ ਲਓ, ਬੁੱਕਸ ਲਗਾ ਲਓ, ਉਹ ਤੋਂ ਬਾਅਦ ਜਿਹੜੇ ਮੈਥਡਸ ਵਰਤਦਾ ਇੱਕ ਟੀਚਰ ਉਹਦੇ ਤੋਂ, ਠੀਕ ਹੈ। ਅਦਰ ਬੁੱਕਸ ਮੈਂ ਅਦਰ ਮਟੀਰੀਅਲ ਲਗਾ ਲਓ, ਜਾਂ ਬੁੱਕਸ ਨਹੀਂ ਅਦਰ ਮਟੀਰੀਅਲ, ਜਿਵੇਂ ਕਿ ਲਾਇਬ੍ਰੇਰੀ ਦੇ ਵਿੱਚ ਜਾ ਕੇ ਵਿਦਿਆਰਥੀ ਕੁਝ ਪੜ੍ਹਦਾ ਹੈ, ਠੀਕ ਹੈ, ਮੈਗਜ਼ੀਨ ਤੋਂ, ਨਿਊਜ਼ਪੇਪਰ ਤੋਂ ਨੌਲੇਜ ਲੈਂਦਾ ਹੈ, ਠੀਕ ਹੈ। ਉਹਨੂੰ ਜਿਹੜੇ ਆ ਕੁਝ ਕੁਐਸਚਨ ਪੇਪਰ ਉਹਨੂੰ ਮਿਲਦੇ ਨੇ ਪੁਰਾਣੇ, ਉਹਦੇ ਤੋਂ ਜਿਹੜੀ ਨੌਲੇਜ ਲੈਂਦਾ ਕਿ ਕਿਵੇਂ ਮੈਂ ਇਹ ਟੌਪਿਕ ਕਰਨੇ ਆ, ਹੈ ਨਾ, ਜਾਂ ਕੀ ਕੁਐਸਚਨ ਪੁੱਛੇ ਜਾਂਦੇ ਨੇ, ਠੀਕ ਹੈ। ਸੋ ਸਿਲੇਬਸ, ਆਪਣਾ ਸਿਲੇਬਸ ਨੌਲੇਜ ਦਿੰਦਾ ਹੈ ਉਹਨੂੰ, ਹੈ ਨਾ, ਉਹਦਾ ਕਿੰਨੀ ਲਿਮਟ ਤੱਕ ਉਹਨੇ ਪੜ੍ਹਨਾ ਉਹ ਵੀ ਸਿਲੇਬਸ ਦੇ ਵਿੱਚ ਜਿਹੜਾ ਮੈਂਸ਼ਨ ਹੁੰਦਾ ਹੈ। ਸੋ ਸਿਰਫ ਬੋਲ ਕੇ ਭਾਸ਼ਣ ਦੇਣ ਨਾਲ ਹੀ ਜਿਹੜਾ ਪੂਰਾ ਗਿਆਨ ਉਹ ਨਹੀਂ ਦਿੱਤਾ ਜਾ ਸਕਦਾ। ਉਹਦੇ ਕੋਲ ਜਿਹੜਾ ਰਿਟਨ ਜਿਹੜਾ ਮਟੀਰੀਅਲ ਉਹ ਜ਼ਰੂਰ ਹੋਣਾ ਚਾਹੀਦਾ ਹੈ, ਕਿਉਂਕਿ ਰਿਟਨ ਮਟੀਰੀਅਲ ਬਹੁਤ ਜ਼ਿਆਦਾ ਜਿਹੜੀ ਹੈਲਪ ਹੈ ਉਹ ਵਿਦਿਆਰਥੀ ਦੀ ਕਰਦਾ ਹੈ। ਸੋ ਸਿਰਫ ਬੋਲ ਕੇ ਭਾਸ਼ਣ ਦੇਣ ਦੇ ਨਾਲ ਹੀ ਪੂਰਾ ਗਿਆਨ ਨਹੀਂ ਦਿੱਤਾ ਜਾ ਸਕਦਾ। ਅੱਗੋਂ ਆ ਜਾਓ ਜੀ, ਗਾਈਡਲਾਈਨਸ ਫॉर ਦਾ ਇਫੈਕਟਿਵ ਯੂਜ਼ ਆਫ ਲੈਕਚਰ ਮੈਥਡ, ਭਾਸ਼ਣ ਵਿਧੀ ਦੀ ਅਸਰਦਾਰ ਵਰਤੋਂ ਲਈ ਦਿਸ਼ਾ ਨਿਰਦੇਸ਼। ਸੋ ਭਾਸ਼ਣ ਵਿਧੀ ਨੂੰ ਜੇਕਰ ਅਸਰਦਾਰ ਬਣਾਉਣਾ ਹੈ, ਠੀਕ ਹੈ ਨਾ, ਭਾਸ਼ਣ ਵਿਧੀ ਦੀ ਅਸਰਦਾਰ ਵਰਤੋਂ ਲਈ ਜਿਹੜੇ ਦਿਸ਼ਾ ਨਿਰਦੇਸ਼ ਨੇ, ਗਾਈਡਲਾਈਨਸ ਫॉर ਦਾ ਇਫੈਕਟਿਵ ਯੂਜ਼ ਆਫ ਲੈਕਚਰ ਮੈਥਡ। ਸੋ ਭਾਸ਼ਣ ਵਿਧੀ ਦੀ ਅਸਰਦਾਰ ਵਰਤੋਂ ਲਈ ਦਿਸ਼ਾ ਨਿਰਦੇਸ਼ ਕੀ ਨੇ? ਫਸਟ ਆ ਜਾਓ ਜੀ, ਰੂਪ ਰੇਖਾ ਤਿਆਰ ਕਰਨੀ। ਜੇਕਰ ਕਲਾਸ ਦੇ ਵਿੱਚ ਹੁਣ ਜਾ ਕੇ ਟੀਚ ਕਰਨਾ ਹੈ ਜੀ ਲੈਕਚਰ ਮੈਥਡ ਦੇ ਰਾਹੀਂ, ਤਾਂ ਸਭ ਤੋਂ ਪਹਿਲਾਂ ਕੀ ਹੈ, ਇੱਕ ਰੂਪ ਰੇਖਾ ਤਿਆਰ ਕਰਨੀ ਚਾਹੀਦੀ ਹੈ, ਜੋ ਟੌਪਿਕ ਕਲਾਸ ਦੇ ਵਿੱਚ ਜਿਹੜਾ ਕਰਵਾਉਣਾ ਹੈ ਵਿਦਿਆਰਥੀ ਦੇ ਪੱਧਰ ਦੇ ਅਨੁਸਾਰ, ਵਿਦਿਆਰਥੀ ਦੀਆਂ ਜ਼ਰੂਰਤਾਂ ਦੇ ਅਨੁਸਾਰ, ਵਿਦਿਆਰਥੀ ਦੇ ਸਿਲੇਬਸ ਦੇ ਅਨੁਸਾਰ ਇੱਕ ਜਿਹੜਾ ਹੈ ਲੈਕਚਰ ਮੈਥਡ ਦੀ ਇੱਕ ਜਿਹੜੀ ਰੂਪ ਰੇਖਾ ਹੈ ਉਹ ਤਿਆਰ ਜਿਹੜੀ ਕਰਨੀ ਚਾਹੀਦੀ ਹੈ। ਸੈਕਿੰਡ ਨੰਬਰ 'ਤੇ ਆ ਜਾਓ ਜੀ, ਵਿਦਿਆਰਥੀ ਕੇਂਦਰਿਤ ਰਣਨੀਤੀਆਂ ਦੀ ਵਰਤੋਂ। ਸੋ ਵਿਦਿਆਰਥੀ ਦੇ ਜਿਹੜਾ ਫੋਕਸ ਕਰਕੇ ਜਿਹੜੀਆਂ ਰਣਨੀਤੀਆਂ ਨੇ, ਜਿਹੜੇ ਮੈਥਡਸ ਹੈ ਉਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਜੀ, ਠੀਕ ਹੈ। ਥਰਡ ਨੰਬਰ 'ਤੇ ਆ ਜਾਓ, ਫੀਡਬੈਕ ਲੈਣਾ ਚਾਹੀਦਾ ਹੈ। ਇਹ ਨਾ ਹੋਵੇ ਕਲਾਸ ਦੇ ਵਿੱਚ ਪੜ੍ਹਾਇਆ, ਟੀਚਰ ਦਾ ਕੰਮ ਖਤਮ ਤੇ ਟੀਚਰ ਕਲਾਸ ਦੇ ਵਿੱਚ ਗਿਆ, ਇੱਦਾਂ ਨਹੀਂ ਹੋਣਾ ਚਾਹੀਦਾ। ਫੀਡਬੈਕ ਲੈਣਾ ਚਾਹੀਦਾ, ਵਿਦਿਆਰਥੀਆਂ ਤੋਂ ਪੁੱਛਣਾ ਚਾਹੀਦਾ ਉਹਨਾਂ ਨੂੰ ਕਿੰਨੀ ਸਮਝ ਲੱਗੀ, ਕੀ ਨਹੀਂ ਸਮਝ ਲੱਗਾ, ਉਹਨਾਂ ਨੂੰ ਕੁਐਸਚਨ ਆਨਸਰ ਕਰਨੇ ਚਾਹੀਦੇ ਨੇ, ਹੈ ਨਾ। ਫੀਡਬੈਕ ਲੈਣਾ ਚਾਹੀਦਾ ਭਾਸ਼ਣ ਵਿਧੀ ਦੇ ਵਿੱਚ ਜਦੋਂ ਦਾ ਯੂਜ਼ ਆਪਾਂ ਕਰ ਰਹੇ ਹਾਂ। ਨੈਕਸਟ ਆ ਜਾਓ ਜੀ, ਵਿਦਿਆਰਥੀ ਦੀਆਂ ਸਮੱਸਿਆਵਾਂ ਦਾ ਉੱਤਰ, ਜੋ ਵੀ ਹੁੰਦੇ ਪ੍ਰਸ਼ਨ ਨੇ, ਜੋ ਵੀ ਵਿਦਿਆਰਥੀ ਦੀਆਂ ਸਮੱਸਿਆਵਾਂ ਨੇ ਉਹਨਾਂ ਦਾ ਆਨਸਰ ਜਿਹੜਾ ਅਧਿਆਪਕ ਨੂੰ ਜਿਹੜਾ ਦੇਣਾ ਚਾਹੀਦਾ ਹੈ ਜੀ ਲੈਕਚਰ ਮੈਥਡ ਦੇ ਵਿੱਚ। ਆ ਜਾਓਗੇ 5 ਨੰਬਰ 'ਤੇ,
ਸੌਰੀ ਜੀ 5 ਨੰਬਰ ਤੇ ਆ ਜਾਓ, ਗਿਆਨ ਮੁਤਾਬਕ ਆਵਾਜ਼ ਦਾ ਪੱਧਰ। ਸੋ ਜਿਹੜੀ ਨੌਲੇਜ ਦਿੱਤੀ ਜਾਂਦੀ ਹੈ ਨਾ, ਇੱਕ ਜਿਹੜਾ ਟੀਚਰ ਉਹ ਪੜ੍ਹਾ ਰਿਹਾ ਹੈ ਉਹਦੇ ਐਕਸ਼ਨਸ ਦੇ ਵਿੱਚ ਵੀ ਦਿਸਣੀ ਚਾਹੀਦੀ ਉਹ ਚੀਜ਼, ਉਹਦੀ ਆਵਾਜ਼ ਦੇ ਵਿੱਚ ਵੀ ਦਿਸਣੀ ਚਾਹੀਦੀ ਹੈ। ਠੀਕ ਹੈ, ਜਿਵੇਂ ਦੀ ਮਤਲਬ ਕਿ ਗੱਲ ਹੈ ਉਹੋ ਜਿਹੇ ਐਕਸ਼ਨ ਦੇ ਰਾਹੀਂ ਜਿਹੜਾ ਇੱਕ ਅਧਿਆਪਕ ਹੈ ਨਾ ਜੀ, ਉਹਨੂੰ ਸਮਝਾਉਣਾ ਚਾਹੀਦਾ ਕਲਾਸ ਦੇ ਵਿੱਚ ਵਿਦਿਆਰਥੀਆਂ ਨੂੰ। ਫਿਰ ਹੀ ਜਿਹੜੇ ਆ ਉਹ ਵਿਦਿਆਰਥੀ ਸਹੀ ਤਰੀਕੇ ਦੇ ਨਾਲ ਅੰਡਰਸਟੈਂਡ ਕਰਨਗੇ, ਹੈ ਨਾ। ਜੇਕਰ ਕੋਈ ਇਮੋਸ਼ਨਲ ਗੱਲ ਹੈ ਤਾਂ ਉਹਨੂੰ ਇਮੋਸ਼ਨਲ ਹੋ ਕੇ ਵਿਦਿਆਰਥੀ ਨੂੰ ਸਮਝਾਈ ਜਾਣੀ ਚਾਹੀਦੀ ਹੈ। ਜੇਕਰ ਹਾਸੇ ਮਖੌਲ ਵਾਲੀ ਗੱਲ ਹੈ ਤਾਂ ਹਾਸੇ ਮਖੌਲ ਦੇ ਵਿੱਚ ਸਿਖਾਈ ਜਾਣੀ ਚਾਹੀਦੀ ਹੈ। ਇਹ ਨਾ ਹੋਵੇ ਕਿ ਗੱਲ ਤਾਂ ਇਮੋਸ਼ਨਲ ਅਤੇ ਟੀਚਰ ਹੱਸ ਕੇ ਵਿਦਿਆਰਥੀਆਂ ਨੂੰ ਜਿਹੜਾ ਸਮਝਾ ਰਿਹਾ ਹੈ, ਇੱਦਾਂ ਨਹੀਂ, ਹੈ ਨਾ। ਤਾਂ ਉਹਨੂੰ ਜਿਹੜਾ ਇਹ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਆਪਣੇ ਆਵਾਜ਼ ਦਾ ਜਿਹੜਾ ਪੱਧਰ ਹੈ ਉਹ ਰੱਖਣਾ ਚਾਹੀਦਾ, ਹੈ ਨਾ। ਜੇ ਕੋਈ ਉਸ ਤਰ੍ਹਾਂ ਦੀ ਗੱਲ ਹੈ ਤਾਂ ਉਹਨੂੰ ਥੋੜ੍ਹਾ ਲੈਵਲ ਵਧਾ ਕੇ ਦੱਸਣਾ ਚਾਹੀਦਾ, ਹੈ ਨਾ, ਨਹੀਂ ਤਾਂ ਹੌਲੀ ਬੋਲਣਾ ਚਾਹੀਦਾ। ਸੋ ਉਸ ਚੀਜ਼ ਦਾ ਜਿਹੜਾ ਧਿਆਨ ਹੈ ਉਹ ਰੱਖਣਾ ਚਾਹੀਦਾ। ਗਿਆਨ ਮੁਤਾਬਕ ਆਵਾਜ਼ ਦਾ ਪੱਧਰ ਅਤੇ ਐਕਸ਼ਨ ਦਾ ਪੱਧਰ ਵੀ ਇੱਥੇ ਨੋਟ ਕਰ ਲਓ। ਐਕਸ਼ਨ ਵੀ ਜਿਹੜੇ ਜ਼ਰੂਰ ਧਿਆਨ ਦੇ ਵਿੱਚ ਰੱਖੇ ਜਾਣੇ ਚਾਹੀਦੇ ਨੇ। ਆ ਜਾਓ ਅੱਗੇ ਚੱਲਦੇ ਹਾਂ ਆਪਾਂ। 6 ਨੰਬਰ 'ਤੇ ਜੀ ਅਧਿਆਪਨ ਵਿਧੀ ਦੀ ਗਿਆਨ ਮੁਤਾਬਕ ਸਹੀ ਵਰਤੋਂ। ਸੋ ਗਿਆਨ ਮੁਤਾਬਕ ਜਿਹੜੀ ਹੈ ਅਧਿਆਪਨ ਵਿਧੀ ਦੀ ਜਿਹੜੀ ਸਹੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਲੱਗਦਾ ਵੀ ਇਹ ਵਾਲਾ ਜਿਹੜਾ ਟੌਪਿਕ ਹੈ ਜੀ ਇਹ ਲੈਕਚਰ ਮੈਥਡ ਨਾਲ ਪੂਰਾ ਹੋਵੇਗਾ ਤਾਂ ਉਹਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਕਿਸੇ ਹੋਰ ਮੈਥਡ ਨਾਲ ਇਹ ਪੂਰਾ ਹੋਵੇਗਾ ਜੀ ਇਹ ਟੌਪਿਕ ਤਾਂ ਉਹਦੀ ਵਰਤੋਂ ਕਰਨੀ ਚਾਹੀਦੀ। ਮਤਲਬ ਸਹੀ ਜਿਹੜਾ ਮੈਥਡ ਹੈ ਨਾ ਉਹ ਵਰਤਿਆ ਜਾਣਾ ਚਾਹੀਦਾ ਹੈ ਗਿਆਨ ਵਿਦਿਆਰਥੀ ਨੂੰ ਪਹੁੰਚਾਉਣ ਦੇ ਲਈ। ਇਹ ਨਾ ਹੋਵੇ ਕਿ ਸਾਰੇ ਤੇ ਜਿਹੜਾ ਭਾਸ਼ਣ ਵਿਧੀ ਹੀ ਵਰਤੀ ਜਾ ਰਹੀ ਹੈ, ਇੱਦਾਂ ਨਹੀਂ ਹੋਣਾ ਚਾਹੀਦਾ। ਜਿਵੇਂ ਲੱਗਦਾ ਕਿ ਕਿਵੇਂ ਵਿਦਿਆਰਥੀ ਸੌਖੇ ਤਰੀਕੇ ਨਾਲ ਸਿੱਖ ਸਕਦਾ ਤਾਂ ਉਸ ਮੈਥਡ ਦੀ ਜਿਹੜੀ ਵਰਤੋਂ ਕਰਨੀ ਚਾਹੀਦੀ ਹੈ। 7 ਨੰਬਰ 'ਤੇ ਆ ਜਾਓ ਜੀ, ਭਾਸ਼ਣ ਰਚਨਾਤਮਕ ਹੋਣਾ ਚਾਹੀਦਾ। ਜਿਹੜਾ ਭਾਸ਼ਣ ਹੈ ਨਾ ਜੀ, ਜਿਹੜਾ ਨੌਲੇਜ ਦਿੱਤੀ ਜਾ ਰਹੀ ਹੈ ਵਿਦਿਆਰਥੀ ਨੂੰ ਕਲਾਸ ਦੇ ਵਿੱਚ, ਉਹ ਰਚਨਾਤਮਕ ਹੋਣਾ ਚਾਹੀਦਾ। ਰਚਨਾਤਮਕ ਮਤਲਬ ਰੁਚੀ ਵਾਲਾ ਹੋਣਾ ਚਾਹੀਦਾ। ਇਹ ਨਾ ਹੋਵੇ ਵਿਦਿਆਰਥੀ ਸੁਣੇ ਹੀ ਨਾ, ਠੀਕ ਹੈ, ਇਹ ਨਾ ਹੋਵੇ ਵਿਦਿਆਰਥੀ ਸੁਣੇ ਨਾ, ਵਿਦਿਆਰਥੀ ਬੋਰ ਹੋ ਰਿਹਾ ਕਲਾਸ ਦੇ ਵਿੱਚ। ਸੋ ਭਾਸ਼ਣ ਰਚਨਾਤਮਕ ਹੋਣਾ ਚਾਹੀਦਾ, ਰੁਚੀ ਵਾਲਾ ਹੋਣਾ ਚਾਹੀਦਾ ਕਿ ਇੱਕ ਜਿਹੜਾ ਵਿਦਿਆਰਥੀ ਦਾ ਜਿਹੜਾ ਧਿਆਨ ਹੈ ਉਹ ਟੀਚਰ ਤੋਂ ਪਾਸੇ ਜਾਵੇ ਹੀ ਨਾ, ਉਹ ਕੀ ਬੋਲ ਰਿਹਾ। ਸੋ ਭਾਸ਼ਣ ਜਿਹੜਾ ਉਹ ਰਚਨਾਤਮਕ ਹੋਣਾ ਚਾਹੀਦਾ ਹੈ। 8 ਨੰਬਰ 'ਤੇ ਆ ਜਾਓ ਜੀ, ਭਾਸ਼ਣ ਵਿੱਚ ਹਾਸੇ ਮਖੌਲ ਦੀ ਵਰਤੋਂ ਹੋਣੀ ਚਾਹੀਦੀ। ਬਿਲਕੁਲ ਜੀ, ਇਹ ਨਾ ਹੋਵੇ ਕਲਾਸ ਦੇ ਵਿੱਚ ਗਿਆ ਟੀਚਰ ਤੇ ਉਹ ਪੜ੍ਹਾਈ ਜਾ ਰਿਹਾ, ਬੱਚੇ ਬੋਰ ਹੋਈ ਜਾ ਰਹੇ। ਹਾਸਾ ਮਖੌਲ ਵੀ ਕਰਨਾ ਚਾਹੀਦਾ ਹੈ ਨਾ। ਕੋਈ ਨਾ ਕੋਈ ਐਗਜ਼ਾਮਪਲ ਦੇ ਦਿੱਤੀਆਂ, ਹੈ ਨਾ, ਕੋਈ ਨਾ ਕੋਈ ਹਸਾ ਦਿੱਤਾ ਕਲਾਸ ਦੇ ਵਿੱਚ ਬੱਚਿਆਂ ਨੂੰ। ਇਸ ਤਰੀਕੇ ਦਾ ਜਿਹੜਾ ਭਾਸ਼ਣ ਹੈ ਉਹ ਹੋਣਾ ਚਾਹੀਦਾ ਹੈ। ਆ ਜਾਓ ਜੀ 9 ਨੰਬਰ 'ਤੇ ਅੱਗੇ, ਭਾਸ਼ਣ ਵਿਦਿਆਰਥੀ ਦੇ ਪੱਧਰ ਅਤੇ ਵਿਸ਼ੇ ਦੇ ਅਨੁਸਾਰ। ਬਿਲਕੁਲ ਜੀ, ਵਿਦਿਆਰਥੀਆਂ ਦੇ ਕਲਾਸ ਦਾ ਲੈਵਲ ਕੀ ਹੈ, ਕੀ ਉਹਨਾਂ ਦੇ ਸਿਲੇਬਸ ਦੇ ਵਿੱਚ ਹੈ, ਠੀਕ ਹੈ, ਉਸ ਅਕੋਰਡਿੰਗ ਜਿਹੜਾ ਭਾਸ਼ਣ ਹੈ ਉਹ ਦਿੱਤਾ ਜਾਣਾ ਚਾਹੀਦਾ ਹੈ। ਆ ਜਾਓ ਅੱਗੇ 10 ਨੰਬਰ 'ਤੇ ਵਿਸ਼ੇ ਦੇ ਉਦੇਸ਼ ਨੂੰ ਧਿਆਨ ਵਿੱਚ ਰੱਖ ਕੇ ਗਿਆਨ। ਸੋ ਵਿਸ਼ੇ ਦੇ ਉਦੇਸ਼ ਕੀ ਨੇ, ਕੀ ਵਿਦਿਆਰਥੀ ਨੂੰ ਸਿਖਾਇਆ ਜਾਣਾ ਹੈ, ਠੀਕ ਹੈ, ਕੀ ਉਹਦੇ ਸਿਲੇਬਸ ਦੇ ਵਿੱਚ ਹੈ। ਸੋ ਉਸ ਵਿਸ਼ੇ ਦੇ ਉਦੇਸ਼ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਗਿਆਨ ਹੈ ਉਹ ਵਿਦਿਆਰਥੀ ਨੂੰ ਦਿੱਤਾ ਜਾਣਾ ਚਾਹੀਦਾ ਹੈ। ਅੱਗੇ ਆ ਜਾਓ, ਉਦਾਹਰਨਾਂ ਦੀ ਭਾਸ਼ਣ ਵਿੱਚ ਵਰਤੋਂ। ਬਿਲਕੁਲ ਜੀ, ਐਗਜ਼ਾਮਪਲਸ ਵਰਤੀਆਂ ਜਾਣੀਆਂ ਨੇ। ਵਿਦਿਆਰਥੀ ਨੂੰ ਸਮਝਾਉਣ ਦੇ ਲਈ ਐਗਜ਼ਾਮਪਲ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ ਕਲਾਸ ਦੇ ਵਿੱਚ, ਕਿਉਂਕਿ ਐਗਜ਼ਾਮਪਲ ਤੋਂ ਜਿਹੜੇ ਆ ਵਿਦਿਆਰਥੀ ਉਹ ਜਲਦੀ ਜਿਹੜਾ ਸਿੱਖਦੇ ਨੇ। ਠੀਕ ਹੈ, ਕੋਈ ਵੀ ਟੌਪਿਕ ਹੈ ਤਾਂ ਐਗਜ਼ਾਮਪਲ ਦਿਓ ਵਿਦਿਆਰਥੀ ਨੂੰ। ਸੋ ਐਗਜ਼ਾਮਪਲ ਦੇ ਰਾਹੀਂ ਜਿਹੜਾ ਜਲਦੀ ਉਹ ਸਿੱਖ ਜਾਂਦੇ ਨੇ। ਆ ਜਾਓ ਅੱਗੇ। ਸੋ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਜੀ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਕਮੈਂਟ ਕਰ ਦਿਓ। ਠੀਕ ਹੈ, ਬੋਰ ਵੀ ਨਾ ਹੋ, ਮੈਂ ਪੜ੍ਹਾ ਰਹੀ ਹਾਂ, ਬਸ ਆਪਣਾ ਥੋੜ੍ਹਾ ਜਿਹਾ ਰਹਿ ਗਿਆ ਟੌਪਿਕ। ਕਮੈਂਟ ਕਰ ਦਿਓ ਜੀ ਅਤੇ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ। ਤਾਂ ਪਲੇਲਿਸਟ ਦੇ ਵਿੱਚ ਤੁਹਾਨੂੰ ਇਹ ਵੀਡੀਓ ਮਿਲ ਜਾਏਗੀ ਤਾਂ ਬਾਏ ਵੀ ਕਰ ਸਕਦੇ ਹੋ। ਹੁਣ ਤਾਂ ਤੁਸੀਂ ਨੋਟਸ ਮੈਂ ਫੁੱਲ ਟੌਪਿਕ ਹੀ ਤੁਹਾਡੇ ਜਿਹੜੇ ਆ ਉਹ ਪਾਉਂਗੀ, ਫੁੱਲ ਟੌਪਿਕ। ਠੀਕ ਆ, ਫੁੱਲ ਟੌਪਿਕ ਬਾਏ ਕਰ ਸਕਦੇ ਹੋ। ਜੇਕਰ ਟੌਪਿਕ ਵਾਈਜ਼ ਬਾਏ ਕਰਨੇ ਤਾਂ ਉਹ ਵੀ ਆਪਾਂ ਦੇਖ ਲਾਂਗੇ। ਟਾਈਮ ਥੋੜ੍ਹਾ ਏ, ਮੈਂ ਅੱਜ ਕਰਵਾ ਦੇਣੀ ਸੀ ਪੈਂਡਾਗੋਜੀ ਆਫ ਸੋਸ਼ਲ ਸਟੱਡੀ ਦੇ ਨੋਟਸ ਤੁਹਾਨੂੰ ਦੇ ਦੇਣਾ ਸੀ ਲਿੰਕ, ਬਟ ਇਹ ਲੈਕਚਰ ਮੈਥਡ ਕਰਕੇ ਮੈਂ ਰੁਕ ਗਈ। ਆ ਜਾਓਗੇ, ਪ੍ਰਸ਼ਨਾਂ ਦੀ ਭਾਸ਼ਣ ਵਿੱਚ ਵਰਤੋਂ ਕਰਨੀ ਚਾਹੀਦੀ। ਬਿਲਕੁਲ ਜੀ, ਪ੍ਰਸ਼ਨਾਂ ਦੀ ਵਰਤੋਂ ਕਰਨੀ ਚਾਹੀਦੀ, ਕੁਐਸਚਨ ਦੀ ਵਰਤੋਂ ਕਰਨੀ ਚਾਹੀਦੀ ਹੈ। ਠੀਕ ਹੈ, ਕੁਐਸਚਨ ਆਨਸਰਿੰਗ ਕਲਾਸ ਦੇ ਵਿੱਚ ਹੋਣੀ ਚਾਹੀਦੀ ਹੈ। 13 ਵਿਦਿਆਰਥੀਆਂ ਦੇ ਪੂਰਵ ਗਿਆਨ ਮੁਤਾਬਕ ਭਾਸ਼ਣ ਜੋ ਲੈਕਚਰ ਵਿਧੀ ਰਾਹੀਂ ਪੜ੍ਹਾਉਣਾ ਨਾ ਜਿਹੜਾ ਵੀ ਟੌਪਿਕ ਵਿਦਿਆਰਥੀ ਨੂੰ, ਸੋ ਉਹ ਜਿਹੜਾ ਟੌਪਿਕ ਹੈ ਨਾ ਜੀ ਉਹ ਵਿਦਿਆਰਥੀ ਦੀ PK ਟੈਸਟਿੰਗ ਕਰਕੇ ਉਸ ਤੋਂ ਬਾਅਦ ਹੋਣਾ ਚਾਹੀਦਾ ਹੈ। ਠੀਕ ਹੈ, ਬੱਚਿਆਂ ਦਾ ਪੁੱਛ ਕੇ ਕਿ ਉਹਨਾਂ ਨੂੰ ਕਿੰਨੀ ਕੁ ਨੌਲੇਜ ਹੈ ਨਾ, ਉਸ ਮੁਤਾਬਿਕ ਜਿਹੜਾ ਟੀਚਰ ਨੂੰ ਆਪਣਾ ਜਿਹੜਾ ਭਾਸ਼ਣ ਹੈ ਤਿਆਰ ਕਰਨਾ ਚਾਹੀਦਾ ਕਲਾਸ ਦੇ ਵਿੱਚ ਪੜ੍ਹਾਉਣ ਦੇ ਲਈ। ਇਹ ਨਾ ਹੋਵੇ ਕਿ ਵਿਦਿਆਰਥੀ ਨੂੰ ਮਤਲਬ ਕਿ ਨੌਲੇਜ ਹੀ ਨਹੀਂ ਹੈਗੀ ਅਤੇ ਉਹਦਾ ਜਿਹੜਾ ਲੈਵਲ ਟੀਚਰ ਨੇ ਸੈਕਿੰਡ ਲੈਵਲ ਤੋਂ ਸਟਾਰਟ ਕਰਤਾ। ਅਜਿਹਾ ਨਹੀਂ ਹੋਣਾ ਚਾਹੀਦਾ। ਵਿਦਿਆਰਥੀ ਦੇ ਪੂਰਵ ਗਿਆਨ ਮੁਤਾਬਕ ਜਿਹੜਾ ਭਾਸ਼ਣ ਹੈ ਉਹ ਹੋਣਾ ਚਾਹੀਦਾ, ਤਾਂ ਜੋ ਜਿੰਨਾ ਵਿਦਿਆਰਥੀ ਨੂੰ ਪਤਾ ਉਸ ਤੋਂ ਅੱਗੇ ਉਹਨੂੰ ਜਿਹੜਾ ਪਤਾ ਲੱਗ ਸਕੇ ਅਤੇ ਉਹਦੀ ਇੱਕ ਵਾਰੀ ਜਿਹੜੀ ਰਿਵੀਜ਼ਨ ਜ਼ਰੂਰ ਜਿਹੜੀ ਕਰਵਾਈ ਜਾਣੀ ਚਾਹੀਦੀ ਹੈ।
40 ਨੰਬਰ ਤੇ ਹੈ ਜੀ ਭਾਸ਼ਣ ਲਗਾਤਾਰ ਨਹੀਂ ਦੇਣਾ ਚਾਹੀਦਾ, ਰੁਕ ਜਾਣਾ ਚਾਹੀਦਾ, ਹਾਸਾ ਮਖੌਲ ਕਰਨਾ ਚਾਹੀਦਾ ਹੈ, ਥੋੜ੍ਹਾ ਜਿਹਾ ਬੱਚਿਆਂ ਨੂੰ ਰਿਲੈਕਸ ਕਰ ਦੇਣਾ ਚਾਹੀਦਾ ਹੈ। ਠੀਕ ਹੈ, ਤਾਂ ਹੌਲੀ ਹੌਲੀ ਕਰਕੇ ਜਿਹੜਾ ਗਿਆਨ ਹੈ ਉਹ ਦੇਣਾ ਚਾਹੀਦਾ। ਕੁਐਸਚਨ ਆਨਸਰ ਕਰਨੀ ਚਾਹੀਦੀ ਹੈ, ਜਾਂ ਕੋਈ ਬੱਚੇ ਨੂੰ ਥੋੜ੍ਹਾ ਜਿਹਾ ਰਿਲੈਕਸ ਕਰਨ ਦੇ ਲਈ ਕੋਈ ਹੋਰ ਗੱਲਾਂ ਬਾਤਾਂ ਜਿਹੜੀਆਂ ਵਿੱਚ ਕਰ ਲੈਣੀਆਂ ਚਾਹੀਦੀਆਂ ਨੇ। ਸੋ ਨੈਕਸਟ ਆ ਜਾਓ ਜੀ 50 ਨੰਬਰ ਤੇ ਵਿਦਿਆਰਥੀਆਂ ਦੇ ਸਿਲੇਬਸ ਅਨੁਸਾਰ ਜਿਹੜਾ ਭਾਸ਼ਣ ਹੋਣਾ ਚਾਹੀਦਾ ਹੈ। ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਸਿਲੇਬਸ ਤੋਂ ਬਾਹਰ ਤਾਂ ਵਿਦਿਆਰਥੀ ਨੂੰ ਨਹੀਂ ਕੁਝ ਸਮਝਾਇਆ ਜਾਣਾ ਚਾਹੀਦਾ, ਜਿੰਨਾ ਸਿਲੇਬਸ ਉਨਾ ਹੀ ਪੜ੍ਹਾਓ, ਕਿਉਂਕਿ ਜਿਹੜਾ ਸਿਲੇਬਸ ਹੈ ਉਹ ਬੱਚੇ ਦੇ ਜਿਹੜਾ ਲੈਵਲ ਅਨੁਸਾਰ ਹੁੰਦਾ, ਉਹਦੀ ਕਲਾਸ ਦੇ ਅਨੁਸਾਰ ਹੁੰਦਾ ਹੈ। ਆ ਜਾਓ ਲਾਸਟ ਤੇ ਸਿੱਟੇ ਤੇ ਆ ਜਾਓ ਜੀ। ਸੋ ਕਨਕਲੂਜਨ ਜੀ ਅੱਗੇ, ਸੋ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਭਾਸ਼ਣ ਅਧਿਆਪਨ ਤਰੀਕਾ ਬਹੁਤ ਪ੍ਰਭਾਵਸ਼ਾਲੀ ਹੋ ਸਕਦਾ ਹੈ। ਸੋ ਸਿੱਟਾ ਕੀ ਹੈ ਜੀ, ਸੋ ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਭਾਸ਼ਣ ਅਧਿਆਪਨ ਜਿਹੜਾ ਤਰੀਕਾ ਹੈ ਨਾ, ਅਧਿਆਪਕ ਲਿਖਿਆ ਜੀ, ਅਧਿਆਪਨ ਕਰ ਲਓ ਇਸ 'ਤੇ। ਭਾਸ਼ਣ ਅਧਿਆਪਨ ਤਰੀਕਾ ਬਹੁਤ ਪ੍ਰਭਾਵਸ਼ਾਲੀ ਹੋ ਸਕਦਾ ਹੈ ਜੇਕਰ ਅਧਿਆਪਕ ਕੁਝ ਗੱਲਾਂ ਦਾ ਧਿਆਨ ਰੱਖੇ। ਠੀਕ ਹੈ, ਬਹੁਤ ਜ਼ਿਆਦਾ ਇਹ ਪ੍ਰਭਾਵਸ਼ਾਲੀ ਹੋ ਸਕਦਾ ਜੀ। ਲੈਕਚਰ ਮੈਥਡ ਭਾਸ਼ਣ ਅਧਿਆਪਨ ਮੈਥਡ ਲਗਾ ਲਓ ਤੁਸੀਂ, ਭਾਸ਼ਣ ਟੀਚਿੰਗ ਲਗਾ ਲਓ, ਜਾਂ ਭਾਸ਼ਣ ਮੈਥਡ ਟੀਚਿੰਗ ਲਗਾ ਲਓ, ਤਰੀਕਾ ਬਹੁਤ ਪ੍ਰਭਾਵਸ਼ਾਲੀ ਹੋ ਸਕਦਾ ਹੈ। ਅਧਿਆਪਕ ਤਰੀਕਾ, ਹਾਂ ਭਾਸ਼ਣ ਅਧਿਆਪਕ ਤਰੀਕਾ ਵੀ ਆ ਸਕਦਾ। ਭਾਸ਼ਣ ਵਿਧੀ ਅਧਿਆਪਨ, ਭਾਸ਼ਣ ਵਿਧੀ ਅਧਿਆਪਨ ਤਰੀਕਾ ਇੱਦਾਂ ਵੀ ਆ ਸਕਦਾ ਹੈ ਨਾ, ਬਹੁਤ ਪ੍ਰਭਾਵਸ਼ਾਲੀ ਹੋ ਸਕਦਾ ਹੈ। ਜਿਵੇਂ ਵੀ ਤੁਹਾਨੂੰ ਠੀਕ ਲੱਗਿਆ ਲਿਖ ਲਓ ਜੇ। ਜੇਕਰ ਅਧਿਆਪਨ ਕੁਝ ਗੱਲਾਂ ਦਾ ਧਿਆਨ ਰੱਖੇ, ਜੋ ਕੁਝ ਗੱਲਾਂ ਦਾ ਧਿਆਨ ਰੱਖਦਾ ਨਾ, ਤੇ ਬਹੁਤ ਹੀ ਜ਼ਿਆਦਾ ਪ੍ਰਭਾਵਸ਼ਾਲੀ ਹੋ ਸਕਦਾ। ਕਿਵੇਂ, ਜੇਕਰ ਅਧਿਆਪਕ ਚੰਗੀ ਤਰ੍ਹਾਂ ਇਸ ਲਈ ਜਿਹੜੀ ਯੋਜਨਾ ਬਣਾ ਲੈਂਦਾ, ਜੇਕਰ ਅਧਿਆਪਕ ਚੰਗੀ ਜਿਹੜੀ ਯੋਜਨਾ ਬਣਾਉਂਦਾ ਹੈ ਨਾ, ਕਲਾਸ ਦੇ ਵਿੱਚ ਕੀ ਪੜ੍ਹਾਉਣਾ ਤਾਂ ਯੋਜਨਾ ਬਣਾ ਲੈਂਦਾ ਹੈ, ਅਤੇ ਸਮੇਂ-ਸਮੇਂ 'ਤੇ ਪ੍ਰਸ਼ਨ ਪੁੱਛੇ, ਸਹੀ ਸਾਰ ਜਿਹੜਾ ਤਿਆਰ ਕਰੇ ਅਤੇ ਸਹੀ ਮਨਜ਼ੂਰਸ਼ੁਦਾ ਭਾਸ਼ਾ ਦੀ ਵਰਤੋਂ ਕਰੇ, ਤਾਂ ਭਾਸ਼ਣ ਵਿਧੀ ਸਿੱਖਿਆ ਦੇ ਖੇਤਰ ਵਿੱਚ ਆਪਣੀ ਬਹੁਤ ਹੀ ਮਹੱਤਵਪੂਰਨ ਭੂਮਿਕਾ ਨਿਭਾ ਪਾਏਗੀ। ਇਸ ਦੇ ਬਹੁਤ ਸਾਰੇ ਗੁਣ ਹਨ, ਇਸ ਦੇ ਗੁਣ ਵੀ ਬਹੁਤ ਸਾਰੇ ਨੇ, ਇਸ ਦੇ ਬਹੁਤ ਸਾਰੇ ਗੁਣ ਹਨ, ਪਰ ਨਾਲ ਔਗਣ ਵੀ ਹਨ। ਸੋ ਇਸ ਦੇ ਬਹੁਤ ਸਾਰੇ ਗੁਣ ਨੇ, ਪਰ ਨਾਲ ਇਹਦੇ ਜਿਹੜੇ ਔਗਣ ਵੀ ਹਨ, ਪਰ ਫਿਰ ਵੀ ਭਾਸ਼ਣ ਵਿਧੀ ਆਪਣੀ ਮਹੱਤਵਪੂਰਨ ਭੂਮਿਕਾ ਗਿਆਨ ਪ੍ਰਦਾਨ ਕਰਵਾਉਣ ਵਿੱਚ ਨਿਭਾ ਰਹੀ ਹੈ। ਆਪਾਂ ਇੱਕ ਗੱਲ ਕਰੀਏ ਕਿ ਆਪਾਂ ਕਹਿੰਦੇ ਬਹੁਤ ਜ਼ਿਆਦਾ ਗੁਣ ਵੀ ਹੈਗੇ ਨੇ, ਬਟ ਨਾਲ ਨਾਲ ਔਗਣ ਵੀ ਹੈਗੇ ਨੇ, ਬਟ ਔਗਣ ਹੋਣ ਦੇ ਬਾਵਜੂਦ ਵੀ ਜਿਹੜੀ ਭਾਸ਼ਣ ਵਿਧੀ ਹੈ ਜੀ, ਸਿੱਖਿਆ ਦੇ ਖੇਤਰ ਦੇ ਵਿੱਚ ਆਪਣੀ ਬਹੁਤ ਹੀ ਮਹੱਤਵਪੂਰਨ ਜਿਹੜੀ ਭੂਮਿਕਾ ਹੈ ਉਹ ਨਿਭਾ ਰਹੀ ਹੈ। ਠੀਕ ਹੈ, ਭਾਸ਼ਣ ਵਿਧੀ ਲੈਕਚਰ ਮੈਥਡ। ਸੋ ਇਹ ਸੀਗਾ ਜੀ ਆਪਣਾ ਕੰਪਲੀਟ ਨੋਟਸ ਹੈ ਜੀ। ਵੀਡੀਓ ਤੁਹਾਨੂੰ ਵਧੀਆ ਲੱਗੀ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਅਤੇ ਪਲੇਲਿਸਟ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਵੇਗਾ ਇਸ ਵੀਡੀਓ ਦਾ। ਹੁਣ ਆਪਣੇ ਸਾਰੇ ਟੌਪਿਕ ਕੰਪਲੀਟ ਹੈ, ਅਤੇ ਹੁਣ ਮੈਂ ਤੁਹਾਨੂੰ ਜਿਹੜੇ ਬਾਏ ਕਰਨ ਦਾ ਜਿਹੜੇ ਨੋਟਸ ਦਾ ਲਿੰਕ ਵੀ ਪ੍ਰੋਵਾਈਡ ਕਰਵਾ ਦਿੰਦੀ ਹਾਂ। ਸੋ ਥੈਂਕਸ ਫॉर ਵਾਚਿੰਗ ਜੀ, ਅਤੇ ਸ਼ੇਅਰ ਕਰ ਦਿਓ ਵੱਧ ਤੋਂ ਵੱਧ। ਪਲੇਲਿਸਟ ਆਪਣੀ ਬਣੀ ਹੋਈ ਹੈ ਤਾਂ ਉਹਦੇ ਵਿੱਚ ਤੁਹਾਨੂੰ ਇਹ ਟੌਪਿਕ ਵੀ ਜਿਹੜਾ ਮਿਲ ਜਾਣਾ ਹੈ।